कौन को पूत पिता को काको, कौन मरै को दे संतापो। हर ठग जग कौठ गौरी लाई, हर के वियोग कैसे जियो मेरी माई रहाओ। कौन को पुरख कौन की नारी, या ततले हो शरीर बिचारी। कहे कबीर ठग स्यों मन मानिया, गई ठगौरी ठग पहचानिया। कौन को पूत पिता को काको, कौन मरै को दे संतापो। हर ठग जग कौठ गौरी लाई, हर के वियोग कैसे जियो मेरी माई रहाओ। कौन को पुरख कौन की नारी, या ततले हो शरीर बिचारी। कहे कबीर ठग स्यों मन मानिया, गई ठगौरी ठग पहचानिया। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ। ਪਰਮ ਸਨਮਾਨਯੋਗ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੇ ਗੁਰਮੁਖ ਪਿਆਰੇ ਸਤ ਸੰਗਿਓ। ਇਸ ਅਸਥਾਨ ਤੇ ਚੱਲਦੀ ਗੁਰੂ ਸ਼ਬਦ ਦੀ ਲੜੀਵਾਰ ਵਿਚਾਰ ਵਿੱਚੋਂ ਆਪ ਜੀ ਨੇ ਅੱਜ ਦਾ ਜੋ ਪਾਵਨ ਸ਼ਬਦ ਸਰਵਣ ਕੀਤਾ ਹੈ, ਇਹ ਅੰਮ੍ਰਿਤਮਈ ਬਾਣੀ ਭਗਤ ਕਬੀਰ ਸਾਹਿਬ ਜੀ ਨੇ ਗੌੜੀ ਰਾਗ ਵਿੱਚ ਉਚਾਰਨ ਕੀਤੀ ਹੈ। ਸਤਿਗੁਰੂ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਿਰਪਾ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਪਾਸੋਂ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ 330 ਅੰਗ ਉੱਪਰ ਲਿਖਵਾਇਆ ਹੈ। ਇਸ ਪਾਵਨ ਸ਼ਬਦ ਦੀ ਵਿਸਤਾਰ ਵਿੱਚ ਵਿਚਾਰ ਆਰੰਭਣ ਤੋਂ ਪਹਿਲਾਂ ਇਸ ਅੰਮ੍ਰਿਤਮਈ ਬਾਣੀ ਦੇ ਸੰਖੇਪ ਭਾਵ ਅਰਥ ਜਾਣ ਲੈਣੇ ਜ਼ਰੂਰੀ ਹਨ। ਕਬੀਰ ਜੀ ਨੇ ਅੱਜ ਦੇ ਸ਼ਬਦ ਵਿੱਚ ਸੰਸਾਰ ਦੀ ਅਸਲੀਅਤ ਨੂੰ ਬਿਆਨ ਕੀਤਾ ਹੈ। ਭਗਤ ਜੀ ਕਹਿੰਦੇ ਨੇ, ਕੌਣ ਕਿਸੇ ਦਾ ਪੁੱਤਰ ਹੈ, ਕੌਣ ਕਿਸੇ ਦਾ ਪਿਤਾ ਹੈ। ਇਹ ਤਾਂ ਕੇਵਲ ਇੱਕ ਉਸ ਰੱਬ ਨੇ ਬੰਦੇ ਦੇ ਮਨ ਵਿੱਚ ਭਰਮ ਦਾ ਪਰਦਾ ਪਾ ਕੇ ਔਰ ਮੋਹ ਦੀ ਠਗੌਲੀ ਪਾ ਕੇ ਬੰਦੇ ਨੂੰ ਇਸ ਪਾਸੇ ਲਾਇਆ ਹੈ। ਅਸਲ ਵਿੱਚ ਸੰਸਾਰ ਦੇ ਸੰਬੰਧ ਝੂਠੇ ਹਨ ਤੇ ਭਰਮ ਤੋਂ ਪੈਦਾ ਹੁੰਦੇ ਨੇ। ਭਗਤ ਜੀ ਨੇ ਅੱਗੇ ਇਸਤਰੀ ਔਰ ਮਨੁੱਖ ਦਾ ਜੋ ਆਪਸੀ ਨਾਤਾ ਹੈ ਉਹ ਵੀ ਕਹਿੰਦੇ ਨੇ ਕੇਵਲ ਭਰਮ ਹੈ। ਫਿਰ ਇਹ ਭਰਮ ਕਿਸ ਨੇ ਪਾਇਆ? ਉਹਨੂੰ ਕਬੀਰ ਜੀ ਨੇ ਠੱਗ ਕਿਹਾ ਹੈ, ਪ੍ਰਭੂ ਨੂੰ। ਠੱਗ ਦਾ ਭਾਵ ਹੁੰਦਾ ਹੈ ਜਿਹੜਾ ਮਨੁੱਖ ਨੂੰ ਕੋਈ ਚੀਜ਼ ਸੁੰਘਾ ਕੇ ਖਵਾ ਕੇ ਉਹਦੀ ਜੇਬ ਫੋਲ ਲੈ ਜਾਂ ਉਸ ਨੂੰ ਲੁੱਟ ਲਵੇ। ਭਗਤ ਜੀ ਕਹਿੰਦੇ ਨੇ ਅਸਲ ਵਿੱਚ ਸੰਸਾਰ ਦੀ ਖੇਡ ਕੁਝ ਵੀ ਨਹੀਂ।
ਰੱਬ ਨੇ ਬੰਦੇ ਨੂੰ ਮਾਇਆ ਦੀ ਬੂਟੀ ਸੁੰਘਾ ਕੇ ਇਸ ਤਰ੍ਹਾਂ ਬੇਹੋਸ਼ ਕਰ ਦਿੱਤਾ ਹੈ ਕਿ ਸਾਰੀ ਜ਼ਿੰਦਗੀ ਉਸ ਬੂਟੀ ਦੀ ਸੁਗੰਧੀ ਦੇ ਪਿੱਛੇ ਬੇਹੋਸ਼ ਹੋ ਕੇ ਕੋਹਲੂ ਦੇ ਬੈਲ ਵਾਂਗੂ ਦੌੜਦਾ ਹੈ। ਅੱਜ ਦੇ ਸਾਰੇ ਸ਼ਬਦ ਵਿੱਚ ਕਬੀਰ ਜੀ ਨੇ ਤਤ ਗਿਆਨ ਜਿਸ ਮਨੁੱਖ ਕੋਲ ਆ ਜਾਏ, ਅਸਲੀ ਗਿਆਨ, ਅਸਲੀਅਤ ਸੰਸਾਰ ਦੀ, ਜਿਹਨੂੰ ਬ੍ਰਹਮ ਗਿਆਨ ਕਹਿੰਦੇ ਨੇ, ਜਿਸ ਨੂੰ ਅਕਾਲੀ ਗਿਆਨ ਕਹਿੰਦੇ ਨੇ, ਉਸ ਅਵਸਥਾ ਦੇ ਵਿੱਚੋਂ ਇਹ ਸ਼ਬਦ ਉਚਾਰਨ ਕੀਤਾ ਹੈ। ਆਓ ਸਾਧ ਸੰਗਤ, ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭਨ ਤੋਂ ਪਹਿਲਾਂ ਸਮੂਹ ਸਾਧ ਸੰਗਤ ਜੀ ਕਰੋ ਕਿਰਪਾਲਤਾ, ਰਸਨਾ ਕਰੋ ਪਵਿੱਤਰ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਜੀ ਨੇ ਇਸ ਸ਼ਬਦ ਵਿੱਚ ਸੰਸਾਰ ਦੀ ਅਸਲੀ ਹਾਲਤ ਨੂੰ ਆਪਣੀ ਦ੍ਰਿਸ਼ਟੀ ਨਾਲ ਵੇਖ ਕੇ ਬਿਆਨ ਕੀਤਾ ਹੈ ਕਿ ਸੰਸਾਰ ਦੇ ਜਿੰਨੇ ਵੀ ਸੰਬੰਧ ਨੇ, ਪਿਤਾ ਦਾ, ਪੁੱਤਰ ਦਾ, ਇਸਤਰੀ ਦਾ, ਪਤੀ ਦਾ, ਇਹ ਦੋ ਸੰਬੰਧ ਉਹਨਾਂ ਗਿਣੇ ਵੀ ਨੇ ਵਿੱਚ। ਕਹਿਣ ਲੱਗੇ ਅਸਲ ਵਿੱਚ ਇਹਨਾਂ ਦਾ ਆਪਸੀ ਕੋਈ ਸੰਬੰਧ ਨਹੀਂ ਹੈ। ਇਹ ਕੇਵਲ ਉਸ ਪ੍ਰਭੂ ਨੇ ਇਸ ਜਗਤ ਨੂੰ ਚਲਾਉਣ ਵਾਸਤੇ, ਜਿਵੇਂ ਕੋਈ ਠੱਗ ਬੂਟੀ ਸੁੰਘਾ ਕੇ ਕਿਸੇ ਨੂੰ ਵਰਤ ਲੈਂਦਾ ਹੈ, ਜਾਂ ਇੱਕ ਬੜੀ ਡੂੰਘੀ ਪ੍ਰਕਿਰਿਆ ਹੈ ਜਿਸ ਨੂੰ ਆਪਾਂ ਕਹਿੰਦੇ ਆ ਮਿਸਮਰੇਜਮ ਕਰ ਲੈਣਾ, ਬੇਹੋਸ਼ ਕਰਕੇ ਆਪਣੇ ਪਿੱਛੇ ਲਾ ਲੈਣਾ। ਉਸ ਢੰਗ ਨਾਲ ਬੰਦੇ ਨੂੰ ਇਸ ਤਰ੍ਹਾਂ ਬੇਹੋਸ਼ ਕੀਤਾ ਹੋਇਆ ਹੈ ਮਾਇਆ ਦੇ ਰਸ ਨਾਲ ਕਿ ਇਸ ਨੂੰ ਅਸਲੀ ਤਤ ਗਿਆਨ ਦਾ ਪਤਾ ਨਹੀਂ ਲੱਗਦਾ ਵੀ ਸੰਸਾਰ ਕੇਵਲ ਇੱਕ ਖੇਡ ਹੈ, ਇੱਕ ਨਾਟਕ ਹੈ ਕੇਵਲ। ਕੌਣ ਕਿਸੇ ਦਾ ਪੁੱਤਰ ਹੈ, ਕੌਣ ਕਿਸੇ ਦਾ ਪਿਤਾ ਹੈ। ਨਾਮ ਧਰੀਕ ਸਾਰੇ, ਨਾਮ ਧਰੀਕ ਦਾ ਮਤਲਬ ਹੁੰਦਾ ਹੈ ਨਾਟਕ ਖੇਡਣ ਵਾਲੇ। ਨਾਮ ਧਰੀਕ ਝੂਠੇ ਸਭ ਸਾਖ, ਜਿਵੇਂ ਇੱਕ ਨਾਟਕ ਖੇਡਿਆ ਜਾਣਾ, ਉਹਦੇ ਸਾਰੇ ਜਿਹੜੇ ਨਾਇਕ ਨੇ ਉਹ ਅਸਲ ਵਿੱਚ ਨਹੀਂ ਹੁੰਦੇ, ਉਹ ਕੇਵਲ ਰੋਲ ਕਰਦੇ ਨੇ। ਕੇਵਲ ਉਹ ਆਪਣਾ ਜਿਹੜਾ ਉਹਨਾਂ ਨੂੰ ਨਾਟਕ ਦਾ ਹਿੱਸਾ ਮਿਲਦਾ ਹੈ, ਉਹਦੇ ਵਿੱਚ ਉਹ ਪਿੱਛੋਂ ਜਿਵੇਂ ਉਹਨਾਂ ਨੂੰ ਸਿਖਾਇਆ ਹੁੰਦਾ ਹੈ, ਉਹ ਆਪਣਾ ਹਿੱਸਾ ਖੇਡਦੇ ਨੇ, ਨਾਟਕ ਖੇਡਦੇ ਨੇ। ਹੁਣ ਜਿਵੇਂ ਉਦਾਹਰਨ ਦੇ ਤੌਰ ਤੇ ਕੋਈ ਵੀ ਨਾਟਕ ਜਿੰਨੇ ਪ੍ਰਚਲਿਤ ਹੋਏ ਨੇ ਦੁਨੀਆ ਵਿੱਚ, ਮੈਂ ਉਦਾਹਰਨ ਦੇ ਦਿਆਂ। ਇੱਕ ਨਾਟਕ ਖੇਡਿਆ ਜਾ ਰਿਹਾ ਹੈ, ਮੰਨ ਲਓ ਆਪਾਂ ਇਸ ਦੇਸ਼ ਦੀ ਪ੍ਰਚਲਿਤ ਇੱਕ ਚੀਜ਼ ਦੀ ਉਦਾਹਰਨ ਲੈਂਦੇ ਹਾਂ। ਇੱਥੇ ਰਾਮ ਔਰ ਰਾਵਣ ਦੀ ਗੱਲ ਬਹੁਤ ਚੱਲੀ, ਤੇ ਰਾਮ ਚੰਦਰ ਰਾਵਣ ਦਾ ਜਿਹੜਾ ਯੁੱਧ ਹੋਇਆ, ਉਹ ਬਨਵਾਸ ਗਏ, ਜੰਗਲ ਵਿੱਚ ਕਈ ਵਰੇ ਉਹਨਾਂ ਬਤੀਤ ਕਰ ਦਿੱਤੇ। ਉਥੋਂ ਸੀਤਾ ਦਾ ਅਪਹਰਨ ਹੋਇਆ। ਉਥੇ ਲక్ష్మణ ਨੇ ਪਹਿਲਾਂ ਰਾਵਣ ਦੀ ਭੈਣ ਦਾ ਨੱਕ ਵੱਢਿਆ, ਫਿਰ ਪੁਲ ਬਣਾ ਕੇ ਲੰਕਾ ਗਏ। ਉਥੇ ਹਨੂਮਾਨ ਗਿਆ, ਉਹਨੇ ਲੰਕਾ ਨੂੰ ਅੱਗ ਲਾ ਦਿੱਤੀ। ਇਤਿਆਦਿਕ ਇਹ ਸਾਰਾ ਇੱਕ ਹਿੱਸਾ ਹੈ, ਨਾਟਕ ਹੈ। ਜਦੋਂ ਇਹ ਸਭ ਕੁਝ ਹੋਇਆ ਤੇ ਬਹੁਤ ਸਮਾਂ ਬਾਅਦ ਵਿੱਚ ਲੰਘਣ ਤੋਂ ਬਾਅਦ ਇਸ ਧਰਤੀ ਤੇ ਅੱਜ ਤੱਕ ਜਦੋਂ ਵੀ ਦੁਸਹਿਰਾ ਜਾਂ ਦੀਵਾਲੀ ਆਉਂਦੀ ਹੈ ਤੇ ਇਹਨਾਂ ਦਿਨਾਂ ਵਿੱਚ ਇਸ ਦੇਸ਼ ਵਿੱਚ ਉਸ ਨੂੰ ਆਪਾਂ ਰਾਮ ਲੀਲਾ ਕਹਿੰਦੇ ਆ। ਰਾਮ ਦੀ ਲੀਲਾ ਭਾਵ ਉਹ ਨਾਟਕ ਜਿਹੜਾ ਉਹਨਾਂ ਨੇ ਖੇਡਿਆ ਸੀ, ਉਹ ਪਿੰਡਾਂ ਵਿੱਚ, ਨਗਰਾਂ ਵਿੱਚ ਜਿੱਥੇ ਜਿੱਥੇ ਕੋਈ ਯਤਨ ਕਰਦਾ, ਉਹ ਰਾਮ ਲੀਲਾ ਮਨਾਈ ਜਾਂਦੀ ਹੈ, ਦਿਖਾਇਆ ਜਾਂਦਾ। ਮੈਂ ਬੇਨਤੀ ਸ਼ਬਦ ਦੇ ਆਧਾਰ ਤੇ ਕਰਨੀ ਚਾਹੁੰਦਾ
ਕਬੀਰ ਜੀ ਦੀ ਦ੍ਰਿਸ਼ਟੀ ਕਿਵੇਂ ਸੰਸਾਰ ਨੂੰ ਵੇਖ ਰਹੀ ਹੈ ਤੇ ਆਪਾਂ ਇਹਨੂੰ ਕਿਵੇਂ ਜੱਫਾ ਮਾਰਿਆ ਹੋਇਆ, ਬਹੁਤ ਵੱਡਾ ਅੰਤਰ ਹੈ। ਅੱਗੇ ਜਾ ਕੇ ਮੈਂ ਬੇਨਤੀ ਕਰਾਂਗਾ ਵੀ ਇਹ ਕੇਵਲ ਸਮਝ ਲੈਣ ਦੇ ਨਾਲ ਗੱਲ ਨਹੀਂ ਮੁੱਕਦੀ ਵੀ ਸੰਸਾਰ ਝੂਠਾ ਹੈ। ਜਿੰਨਾ ਚਿਰ ਅਕਾਲੀ ਦ੍ਰਿਸ਼ਟੀ ਪ੍ਰਾਪਤ ਨਾ ਹੋ ਜਾਏ, ਅਕਾਲੀ ਜਾਂ ਬ੍ਰਹਮ ਦ੍ਰਿਸ਼ਟੀ ਜਿਹਨੂੰ ਕਹਿੰਦੇ ਨੇ, ਜਿੱਥੇ ਜਾ ਕੇ ਸਾਰੇ ਭਰਮ ਦੇ ਕਿਵਾੜ ਡਿੱਗ ਪੈਂਦੇ ਨੇ, ਸਾਰੀਆਂ ਦੀਵਾਰਾਂ ਢਹਿ ਪੈਂਦੀਆਂ ਨੇ, ਉੱਥੋਂ ਬੋਲ ਰਹੇ ਨੇ ਕਬੀਰ ਸਾਹਿਬ। ਉਹ ਜਿਹੜੀ ਸਾਰੀ ਘਟਨਾ ਵਾਪਰੀ ਤੇ ਉਹਦੀ ਰਾਮਲੀਲਾ ਖੇਡੀ ਜਾਂਦੀ ਹੈ ਇੱਕ ਨਾਟਕ ਬਣਾ ਕੇ। ਉਹਦੇ ਵਿੱਚ ਹੁਣ ਇੱਕ ਬੰਦਾ ਰਾਮ ਦਾ ਰੋਲ ਅਦਾ ਕਰਦਾ, ਦੂਸਰਾ ਰਾਵਣ ਦਾ ਕਰਦਾ। ਹੁਣ ਜਿਹੜਾ ਰਾਮ ਹੈ ਉਹ ਅਸਲ ਵਿੱਚ ਰਾਮ ਨਹੀਂ, ਕੇਵਲ ਉਹ ਰਾਮ ਦਾ ਰੋਲ ਅਦਾ ਕਰ ਰਿਹਾ। ਜਿਹੜਾ ਰਾਵਣ ਹੈ ਨਾ, ਉਹ ਵੀ ਉਹਨਾਂ ਦੇ ਵਿੱਚੋਂ ਹੀ ਬਣਦਾ ਨੇੜੇ। ਹਾਲਾਂਕਿ ਵੇਖੋ, ਜਿਹੜਾ ਰਾਵਣ ਦਾ ਉੱਥੇ ਰੋਲ ਅਦਾ ਕਰਦਾ ਉਹ ਰਾਮ ਦਾ ਸ਼ਰਧਾਲੂ ਹੁੰਦਾ। ਜਦੋਂ ਸਧਾਰਨ ਦੁਨੀਆ ਵਿੱਚ ਵਿਚਰਦਾ ਹੈ ਨਾ, ਉਹ ਰਾਮਚੰਦਰ ਜੀ ਦਾ ਸ਼ਰਧਾਲੂ ਹੈ, ਪਿਆਰ ਰੱਖਦਾ ਉਸ ਇਤਿਹਾਸ ਦੇ ਨਾਲ, ਸਤਿਕਾਰ ਕਰਦਾ। ਪਰ ਨਾਟਕ ਖੇਡਣ ਲੱਗਿਆਂ ਗੁਰੂ ਕੇ ਸਵਾਰਿਓ, ਉਹ ਰਾਵਣ ਬਣ ਕੇ ਜਿਹੜੀ ਸੀਤਾ ਨੂੰ ਮਾਤਾ ਕਹਿੰਦਾ ਹੈ, ਉਹ ਰਾਵਣ ਵਾਲੇ ਕੱਪੜੇ ਪਾ ਕੇ ਉਹਦਾ ਅਪਹਰਨ ਕਰਕੇ ਨਾਟਕ ਖੇਡ ਕੇ ਦਿਖਾਉਂਦਾ ਹੈ। ਉਹਦੇ ਵਿੱਚ ਅਸਲੀਅਤ ਕੁਝ ਵੀ ਨਹੀਂ ਹੈ, ਉਹ ਸਾਰਾ ਕੁਝ ਬਣਾਇਆ ਹੋਇਆ ਹੈ। ਬਾਹਰੋਂ ਇੱਕ ਪ੍ਰਦਰਸ਼ਿਤ ਕੀਤਾ ਗਿਆ, ਅੰਦਰ ਉਹ ਰਾਵਣ ਨਹੀਂ, ਬਾਹਰੋਂ ਰਾਵਣ ਹੈ। ਸਾਰਾ ਕੁਝ ਅਸੀਂ ਜਿਹੜਾ ਕਰ ਰਹੇ ਹਾਂ ਇਹ ਸਾਡੇ ਅੰਦਰ ਕੁਝ ਨਹੀਂ ਹੈ, ਇਹ ਕੇਵਲ ਬਾਹਰੋਂ ਕਰ ਰਹੇ ਹਾਂ। ਉਹ ਸਾਰਾ ਕੁਝ ਕਰਦਾ, ਕੋਈ ਹਨੂਮਾਨ ਬਣ ਜਾਂਦਾ, ਉਹ ਜਾ ਕੇ ਲੰਕਾ ਨੂੰ ਸਾੜਦਾ, ਕਈ ਕੁਝ ਜਿੰਨੇ ਵੀ ਹਿੱਸੇ ਨੇ ਉਹਦੇ ਖੇਡੇ ਜਾਂਦੇ ਨੇ। ਪਰ ਉਹਦੇ ਪਿੱਛੇ ਜਦੋਂ ਉਸ ਸਟੇਜ ਦੇ ਉੱਤੇ ਉਹ ਨਾਟਕ ਖੇਡਦੇ ਨੇ, ਉਹਦੇ ਪਰਦੇ ਦੇ ਪਿੱਛੇ ਇੱਕ ਬੰਦਾ ਰਾਮਾਇਣ ਲੈ ਕੇ ਬੈਠਾ ਹੁੰਦਾ ਹੈ। ਉਹ ਪਰਦੇ ਦੇ ਪਿੱਛੇ ਬਹਿ ਕੇ ਹੌਲੀ ਜਿਹੀ ਬੋਲਦਾ, ਤੇ ਜਿਹੜਾ ਅੱਗੇ ਨਾਟਕ ਖੇਡਦੇ ਹੁੰਦੇ ਨੇ ਉਹਦੀ ਗੱਲ ਸੁਣ ਕੇ ਤੇ ਤਾਂ ਅੱਗੇ ਬੋਲਦੇ ਨੇ। ਇੱਕ ਪਿੱਛੇ ਬੈਠਾ ਹੁੰਦਾ ਪਰਦੇ ਦੇ, ਉਹ ਪਿੱਛੋਂ ਬੋਲਦਾ ਜਿਵੇਂ ਕੋਈ ਹਨੂਮਾਨ ਦੀ ਗੱਲ ਰਾਮਾਇਣ ਵਿੱਚ ਲਿਖੀ ਹੋਈ ਹੈ, ਤੇ ਉਹ ਪਿੱਛੋਂ ਬੋਲੇਗਾ ਪਰਦੇ ਦੇ। ਹਨੂਮਾਨ ਨੇ ਉਹਦੀ ਗੱਲ ਸੁਣ ਕੇ ਅੱਗੋਂ ਬੋਲ ਦੇਣਾ। ਹਨੂਮਾਨ ਨੇ ਕੱਪੜੇ ਪਾਏ ਹੋਏ ਨੇ ਹਨੂਮਾਨ ਦੇ, ਤੇ ਸ਼ਬਦ ਪਿੱਛੋਂ ਲੈਂਦਾ, ਬੋਲ ਦਿੰਦਾ, ਆਪ ਉਹ ਅੰਦਰ ਨਹੀਂ ਹੈ, ਉਹ ਤੇ ਕੋਈ ਹੋਰ ਵਿਅਕਤੀ ਹੈ। ਸੰਸਾਰ ਵਿੱਚ ਅਸੀਂ ਜਿੰਨੇ ਵੀ ਮਾਤਾ ਪਿਤਾ ਭੈਣ ਭਰਾ ਪੁੱਤਰ ਇਸਤਰੀ ਦੇ ਰੋਲ ਨਿਭਾ ਰਹੇ ਹਾਂ ਨਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਸਲ ਵਿੱਚ ਤੂੰ ਇਹ ਨਹੀਂ ਹੈ। ਅਸਲ ਵਿੱਚ ਤੇਰੇ ਮਨ ਦੇ ਪਰਦੇ ਦੇ ਪਿੱਛੇ ਬਹਿ ਕੇ ਤੈਨੂੰ ਕੋਈ ਨਾਟਕ ਖਿਡਾ ਰਿਹਾ ਹੈ। ਤੂੰ ਤੇ ਐਵੇਂ ਲੱਤ ਅੜਾ ਕੇ ਵਿੱਚ ਹਉਮੈ ਦੀ ਪੰਡ ਸਿਰ ਤੇ ਬੰਨ ਲਈਏ, ਅਸਲ ਵਿੱਚ ਕਰਨ ਵਾਲਾ ਤੇਰੇ ਪਿੱਛੇ ਕੋਈ ਹੋਰ ਹੈ। ਬਾਣੀ ਵਿੱਚ ਇਹ ਸ਼ਬਦ ਵਾਰ-ਵਾਰ ਆਉਣਗੇ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰਖੀਐ ਮੇਰੇ ਹਰ ਜੀਓ, ਸਭ ਕੋ ਤੇਰਾ ਬਸ। ਤੂੰ ਪਿੱਛੋਂ ਖਿੱਚ ਰਿਹਾ ਸਾਰਿਆਂ ਨੂੰ। ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤੇ ਮੈਂ ਬਖਸ਼। ਪਿੱਛੇ ਕੋਈ ਕਰਾ ਰਿਹਾ, ਪਿੱਛੇ ਕੋਈ ਪੁਤਲੀਆਂ ਨੂੰ ਨਚਾ ਰਿਹਾ ਸਰੀਰਾਂ ਨੂੰ। ਕਾਠ ਕੀ ਪੁਤਲੀ ਕਹਾਂ ਕਰੇ ਬਪਰੀ, ਖਿਲਾਵਨ ਹਾਰੂ ਜਾਣੈ। ਜਿਵੇਂ ਪੁਤਲੀਆਂ ਦੀਆਂ ਤਾਰਾਂ ਪਿੱਛੋਂ ਖਿੱਚੀਆਂ ਜਾ ਰਹੀਆਂ, ਪਰ ਕੁਦਰਤੀ ਤੌਰ ਤੇ ਬੰਦੇ ਦੇ ਮਨ ਵਿੱਚ ਹਉਮੈ ਆ ਜਾਂਦੀ ਹੈ। ਉਹ ਸੋਚਦਾ ਮੈਂ ਖੁਦ ਕਰ ਰਿਹਾ, ਨਹੀਂ ਤੇ ਇੱਕ ਯੰਤਰ ਹੈ ਪਿੱਛੋਂ ਵਜਾਇਆ ਜਾ ਰਿਹਾ, ਸਾਨੂੰ ਚਲਾਇਆ ਜਾ ਰਿਹਾ ਕਿਸੇ ਵੱਲੋਂ। ਅਸੀਂ ਚੱਲ ਨਹੀਂ ਰਹੇ। ਜੇ ਅਸੀਂ ਚੱਲਦੇ ਹੁੰਦੇ ਆਪ, ਤਾਂ ਜਿਹੜੇ ਮਨਸੂਬੇ ਅਸੀਂ ਬਣਾਏ ਸਨ ਉਹ ਸਾਰੇ ਉਸੇ ਤਰ੍ਹਾਂ ਹੋਈ ਜਾਂਦੇ। ਜੇ ਸਾਡੇ ਹੱਥ ਵਿੱਚ ਚੱਲਣਾ ਹੁੰਦਾ, ਜੇ ਅਸੀਂ ਚੱਲਦੇ ਹੁੰਦੇ, ਤਾਂ ਅਸੀਂ ਜਿਵੇਂ ਜਿਵੇਂ ਅੱਜ ਸੋਚਿਆ ਸੀ ਉਵੇਂ ਹੀ ਹੋ ਜਾਂਦਾ ਸਾਰਾ ਕੁਝ, ਬਿਲਕੁਲ ਉਸੇ ਤਰ੍ਹਾਂ ਹੁੰਦਾ। ਪਰ ਸਾਰਾ ਕੁਝ ਉਸ ਤਰ੍ਹਾਂ ਨਹੀਂ ਹੋਇਆ, ਕੁਝ ਵਿਪਰੀਤ ਵੀ ਹੋਇਆ, ਉਹਦੇ ਤੋਂ ਉਲਟਾ ਹੋਇਆ। ਉਹਦਾ ਕਾਰਨ ਕੀ ਹੈ? ਇਹ ਵਿਪਰੀਤ ਹੋਣਾ ਹੀ ਦੱਸ ਰਿਹਾ ਹੈ ਵੀ ਤੇਰਾ ਡਰਾਈਵਰ ਤੇਰੇ ਪਿੱਛੇ ਕੋਈ ਬੈਠਾ ਹੈ, ਉਹ ਤੈਨੂੰ ਚਲਾ ਰਿਹਾ, ਤੂੰ ਤੇ ਐਵੇਂ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ,
ਉਹ ਕਹਿੰਦੇ ਨੇ ਆਪ ਹੀ ਤੂੰ ਜ਼ਿਮੀਦਾਰ ਹੈ, ਆਪ ਹੀ ਤੂੰ ਜ਼ਮੀਨ ਹੈ। ਆਪ ਤੂੰ ਜ਼ਿਮੀਦਾਰ ਹੈ, ਆਪ ਜ਼ਮੀਨ ਹੈ, ਆਪ ਹੀ ਤੂੰ ਬੀਜ ਹੈ। ਆਪ ਹੀ ਤੂੰ ਬੀਜਣਾ ਰਾਹਕ ਬਣ ਕੇ, ਜ਼ਿਮੀਦਾਰ ਬਣ ਕੇ, ਅਤੇ ਆਪ ਹੀ ਉਗਣਾ ਹੈ। ਆਪ ਫਿਰ ਉਹਨੂੰ ਪੀ ਲੈਣਾ ਤੇ ਆਪ ਹੀ ਆਟਾ ਬਣ ਜਾਣਾ ਹੈ। ਆਪ ਹੀ ਉਸ ਆਟੇ ਦਾ ਪ੍ਰਸ਼ਾਦਾ ਬਣ ਕੇ ਆਪਣੀ ਭੁੱਖ ਆਪ ਹੀ ਦੂਰ ਕਰੀ ਜਾ ਰਿਹਾ। ਇੰਨੀ ਬੇਅੰਤਤਾ। ਇਹ ਸਾਰੇ ਸ਼ਬਦ ਕਾਹਦੇ ਵਾਸਤੇ ਨੇ? ਇਹ ਸਾਰੇ ਸ਼ਬਦ ਤਾਂ ਨੇ ਵੀ ਸਾਡੇ ਜਿਹੜੇ ਹਉਮੈ ਵੇ ਨਾ, ਸਾਨੂੰ ਹੰਕਾਰ ਵੀ ਮੇਰੇ ਕਰਕੇ ਸਾਰਾ ਕੰਮ ਚੱਲ ਰਿਹਾ, ਇਹ ਕਿਤੇ ਟੁੱਟ ਜਾਏ। ਕਿਉਂਕਿ ਇਹ ਹੀ ਸਾਰੇ ਦੁੱਖਾਂ ਦਾ ਕਾਰਨ ਹੈ ਵੀ ਮੇਰੇ ਕਰਕੇ ਸਾਰੀ ਹਰਕਤ ਹੋ ਰਹੀ ਹੈ। ਮੇਰੇ ਕਰਕੇ, ਸਾਡੇ ਕਰਕੇ ਕੁਝ ਵੀ ਨਹੀਂ ਹੋ ਰਿਹਾ। ਇਹ ਸਾਡਾ ਬੜਾ ਪੁਰਾਣਾ ਭਰਮ ਹੈ। ਆਪ ਨੂੰ ਕਈ ਵਾਰੀ ਕਹਾਣੀ ਦੇ ਰਾਹੀਂ ਦ੍ਰਿਸ਼ਟਾਂਤ ਦਿੱਤੇ ਜਾਂਦੇ ਨੇ। ਜ਼ਿਮੀਦਾਰ ਦਾ ਕੁੱਤਾ ਗੱਡੇ ਥੱਲੇ ਤੁਰਦਾ ਸੀ ਤੇ ਉਹਨੂੰ ਇਹ ਭਰਮ ਹੋ ਗਿਆ ਵੀ ਗੱਡਾ ਮੈਂ ਖਿੱਚ ਰਿਹਾ ਵਾਂ, ਹਾਲਾਂਕਿ ਬਲਦ ਖਿੱਚ ਕੇ ਲੈ ਕੇ ਜਾ ਰਹੇ ਸਨ। ਭਰਮ ਇਹ ਪੈ ਗਿਆ। ਤੇ ਕਿਸੇ ਨੇ ਇੱਕ ਦਿਨ ਕਿਤੇ ਜਾ ਰਿਹਾ ਸੀ, ਸਾਰੀ ਉਮਰ ਲੰਘਾ ਦਿੱਤੀ ਇਸੇ ਤਰ੍ਹਾਂ। ਗੱਡੇ ਦੇ ਥੱਲੇ ਜਦੋਂ ਖੇਤ ਤੇ ਜਾਂਦਾ ਸੀ ਜ਼ਿਮੀਦਾਰ, ਉਹਨੇ ਵਿਚਕਾਰ ਗੱਡੇ ਦੇ ਤੁਰਨਾ ਤੇ ਬੜਾ ਆਕੜ ਕੇ ਪੂਛ ਖੜੀ ਕਰਕੇ ਵੀ ਇਹ ਗੱਡਾ ਮੈਂ ਚਲਾ ਰਿਹਾ। ਕਹਿੰਦੇ ਨੇ ਉਹਨੂੰ ਨਾਲ ਦੇ ਕੁੱਤਿਆਂ ਨੇ ਕਈ ਵਾਰੀ ਸਮਝਾਇਆ ਵੀ ਤੇਰੇ ਕਰਕੇ ਨਹੀਂ ਇਹ ਚੱਲਦਾ, ਇਹਨੂੰ ਤੇ ਬਲਦ ਲੈ ਕੇ ਜਾ ਰਹੇ ਨੇ। ਉਹ ਕਹਿੰਦਾ ਨਹੀਂ, ਜਿੱਦਣ ਮੈਂ ਮਰ ਗਿਆ ਜ਼ਿਮੀਦਾਰ ਭੁੱਖਾ ਰਹਿ ਜਾਏਗਾ, ਇਹਦਾ ਗੱਡਾ ਰੁਕ ਜਾਣਾ ਉਸ ਦਿਨ। ਬਸ ਇਹਨੂੰ ਤੋੜਨਾ ਹੀ ਧਰਮ, ਜੇ ਸੱਚ ਜਾਣੋ ਹੋਰ ਕੋਈ ਧਰਮ ਨਹੀਂ ਹੈ। ਇਹ ਟੁੱਟ ਜਾਏ ਨਾ ਬਿਮਾਰੀ ਜਿਹੜੀ ਵੀ ਮੇਰੇ ਕਰਕੇ ਸਾਰਾ ਕੁਝ, ਪਰਿਵਾਰ ਮੈਂ ਪਾਲ ਰਿਹਾ ਵਾਂ, ਪਿੰਡ ਦੀ ਪਾਲਣਾ ਮੈਂ ਕਰ ਰਿਹਾ, ਹੁਣ ਤੁਸੀਂ ਮੈਨੂੰ ਵਾਗ ਡੋਰ ਦਿਓ, ਪਿੱਛੇ ਦੁਨੀਆ ਸਾਰੀ ਭੁੱਖੀ ਰਹਿ ਗਈ, ਹੁਣ ਮੈਂ ਰਝਾ ਦਿਆਂਗਾ। ਇਹ ਸਾਰੇ ਪਖੰਡ ਨੇ, ਹੋਰ ਕੁਝ ਨਹੀਂ ਹੈ। ਇਹ ਸਾਡੀ ਆਪਣੀ ਹੀ ਕਹਾਵਤ ਹੈ, ਮੇਰੇ ਕਰਕੇ ਕੀਰਤਨ, ਮੇਰੇ ਕਰਕੇ ਕਥਾ। ਜੇ ਮੈਂ ਨਾ ਹੁੰਦਾ ਪਤਾ ਨਹੀਂ ਪੰਥ ਦਾ ਕੀ ਬਣ ਜਾਂਦਾ। ਕਿਸੇ ਕਰਕੇ ਕੁਝ ਨਹੀਂ ਹੁੰਦਾ, ਸਭ ਕੁਝ ਗੁਰੂ ਕਰਕੇ ਹੁੰਦਾ ਹੈ। ਇਹ ਵਿਚਾਰ ਜਿੱਦਣ ਅੰਦਰ ਬੈਠ ਗਿਆ, ਉਦਣ ਹਉਮੈ ਦੇ ਆਉਣ ਦੇ ਦਰਵਾਜ਼ੇ ਬੰਦ ਹੋ ਜਾਣਗੇ। ਸਭ ਕੁਝ ਉਹਦੇ ਪਰ ਕੀ ਕਰੇ ਉਹ ਨਾ ਸਮਝ ਕੁੱਤਾ ਹੰਕਾਰ ਵਿੱਚ। ਉਹ ਕਹਿ ਰਿਹਾ ਸੀ ਗੱਡਾ ਮੈਂ ਖਿੱਚ ਰਿਹਾ, ਮੇਰੇ ਕਰਕੇ ਸਭ ਕੁਝ ਹੋ ਰਿਹਾ। ਕਹਿੰਦੇ ਨੇ ਇੱਕ ਦਿਨ ਜਾ ਰਿਹਾ ਸੀ ਤੇ ਜਾਂਦਿਆਂ ਉਹਦੇ ਕੰਨ ਵਿੱਚ ਖਾਰਿਸ਼ ਹੋ ਗਈ, ਖੁਰਕ ਹੋ ਗਈ। ਹੁਣ ਇੰਨੀ ਤੇਜ਼ ਸੀ ਖਾਰਿਸ਼ ਵੀ ਪੈਰ ਨਾਲ ਉਹਨੂੰ ਕੰਨ ਖੁਰਕਣਾ ਪਿਆ, ਤੇ ਜਦੋਂ ਕੰਨ ਖੁਰਕਣ ਲੱਗਾ ਰੁਕਣਾ ਪੈਣਾ ਸੀ, ਤੇ ਬਲਦ ਤੁਰ ਰਹੇ ਸਨ। ਉਹ ਜਦੋਂ ਥੋੜਾ ਜਿਹਾ ਰੁਕਿਆ ਤੇ ਗੱਡਾ ਅੱਗੇ ਨਿਕਲ ਗਿਆ, ਖਾਲੀ ਹੋ ਗਿਆ ਆਕਾਸ਼। ਵੇਂਦਾ ਵੀ ਗੱਡਾ ਤੇ ਆਪ ਹੀ ਤੁਰ ਰਿਹਾ, ਮੇਰੇ ਸਭ ਕੁਝ ਚੱਲੀ ਜਾ ਰਿਹਾ ਉਸੇ ਤਰ੍ਹਾਂ। ਬੜਾ ਹੈਰਾਨ ਹੋਇਆ, ਬੜਾ ਨਿਰਾਸ਼, ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪਿਆ। ਅੱਜ ਸਮਝ ਆ ਗਈ ਗੱਡਾ ਮੇਰੇ ਨਾਲ ਨਹੀਂ ਤੁਰਦਾ, ਇਹ ਤੇ ਬਲਦ ਲੈ ਕੇ ਜਾ ਰਹੇ ਨੇ। ਕਈ ਵਾਰੀ ਬੰਦਾ ਵੀ ਸੋਚਦਾ ਵੀ ਇਸ ਅਹੁਦੇ ਤੇ ਮੈਂ ਬੈਠਾ, ਸ਼ਾਇਦ ਗੱਡੇ ਨੂੰ ਮੈਂ ਖਿੱਚੀ ਜਾਣਾ, ਪਰ ਜਿੱਦਣ ਕਿਤੇ ਮੌਤ ਦੀ ਖੁਰਕ ਹੁੰਦੀ ਹੈ ਨਾ, ਉਸ ਦਿਨ ਸਾਰਾ ਕੁਝ ਪ੍ਰਗਟ ਹੋ ਜਾਂਦਾ ਵੀ ਇਹ ਸਦੀਆਂ ਤੋਂ ਇਸੇ ਤਰ੍ਹਾਂ ਚੱਲ ਰਿਹਾ, ਕੁਝ ਨਵਾਂ ਨਹੀਂ ਹੈ। ਆਪ ਹੀ ਚਲਾ ਰਿਹਾ, ਸਭ ਕੁਝ ਆਪ ਹੈ। ਕਰਤਾ ਪੁਰਖ। ਆਪ ਨੇ ਮੂਲ ਮੰਤਰ ਜਪਜੀ ਸਾਹਿਬ ਕਈ ਵਾਰੀ ਪੜਿਆ ਹੋਵੇਗਾ, ਪਰ ਕਰਤਾ ਦੇ ਜਿਹੜੇ ਪੁਜਾਰੀ ਨੇ ਉਹ ਕਰਤੇ ਆਪ ਨਹੀਂ ਰਹਿੰਦੇ, ਉਹ ਕਰਤੇ ਨੂੰ ਕਰਤਾ ਮੰਨ ਲੈਂਦੇ ਨੇ ਵੀ ਉਹ ਹੀ ਕਰ ਰਿਹਾ ਸਭ ਕੁਝ। ਸਭ ਕੁਝ ਉਹਦੇ ਹੱਥ ਵਿੱਚ ਦੇ ਦਿੱਤਾ, ਆਪ ਤੇ ਨਿਸ਼ਚਿੰਤ ਹੋ ਗਏ। ਬੜੀ ਵੱਡੀ ਅਵਸਥਾ ਹੈ ਚਿੰਤਾ ਤੋਂ ਰਹਿਤ ਹੋਣ ਦੀ, ਕਿ ਡੋਰੀ ਉਹਦੇ ਹੱਥ ਵਿੱਚ, ਚਿੰਤਾ ਤੋਂ ਰਹਿਤ, ਉਹਨੂੰ ਕਰਤਾ ਮੰਨ ਲੈਣਾ, ਤੂੰ ਹੀ ਕਰਨ ਵਾਲਾ। ਜਦੋਂ ਕੋਈ ਵਿਅਕਤੀ ਉਹਨੂੰ ਕਰਤਾ ਮੰਨ ਲੈਂਦਾ ਤੇ ਉਹਨੂੰ ਫਿਰ ਆਪਣੇ ਕੰਮ ਆਪ ਨਹੀਂ ਕਰਨੇ ਪੈਂਦੇ, ਰੱਬ ਉਹਦੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਉਹਨੂੰ ਆਪ ਨਹੀਂ ਚਿੰਤਾ ਕਰਨੀ ਪੈਂਦੀ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਦਾਸ ਕਈ ਵਾਰੀ ਬੇਨਤੀ ਕਰਿਆ ਕਰਦਾ ਹੈ, ਸਿੱਖ ਦਾ ਜਿਹੜਾ ਕੰਮ ਹੈ ਉਹ ਸਿੱਖ ਨੇ ਕਰਨਾ ਹੈ, ਉਹ ਗੁਰੂ ਵਾਲੇ ਕੰਮ ਵਿੱਚ ਦਖਲ ਨਾ ਦੇਵੇ। ਜਿਹੜੀ ਡਿਊਟੀ ਹੈ ਨਾ, ਜਿਹੜਾ ਸਾਡੀ ਦਾਇਰਾ ਹੈ, ਜਿਹੜੀ ਸਾਡੀ ਮਹਿਕਮਾ ਹੈ, ਅਸੀਂ ਉਹ ਕੰਮ ਕਰਨਾ ਹੈ ਸਿਰਫ। ਜਦੋਂ ਕੋਈ ਬੰਦਾ ਆਪਣਾ ਕੰਮ ਛੱਡ ਕੇ ਤੇ ਦੂਜੇ ਦੇ ਕੰਮ ਵਿੱਚ ਦਖਲ ਦਿੰਦਾ ਹੈ, ਉੱਥੇ ਗੜਬੜ ਹੋ ਜਾਂਦੀ ਹੈ ਸਭ ਕੁਝ।
ਆਪਣਾ ਕੰਮ ਕਰਦਾ ਨਹੀਂ, ਦੂਸਰੇ ਵਿੱਚ ਦਖਲ ਦਿੰਦਾ, ਉਹ ਚੀਜ਼ ਕਦੀ ਚੱਲਦੀ ਨਹੀਂ। ਜਿੱਥੇ ਬੰਦਾ ਆਪਣੀ ਡਿਊਟੀ ਨਿਭਾਏ ਨਾ ਤੇ ਦੂਜੇ ਦੀ ਡਿਊਟੀ ਵਿੱਚ ਪੈਰ ਅੜਾਉਣਾ ਸ਼ੁਰੂ ਕਰਦਾ। ਸਾਡੀ ਕੀ ਡਿਊਟੀ ਹੈ ਤੇ ਗੁਰੂ ਦੀ ਕਿਹੜੀ ਡਿਊਟੀ ਹੈ, ਇਹਨੂੰ ਕੇਵਲ ਅਸੀਂ ਪਹਿਚਾਨ ਲੈਣਾ। ਸਿੱਖ ਦਾ ਕੰਮ ਕੀ ਹੈ, ਉਹਦਾ ਦਾਇਰਾ ਕੀ ਹੈ, ਉਹਦਾ ਮਹਿਕਮਾ ਕਿਹੜਾ ਹੈ ਸਿੱਖ ਦਾ। ਸਿੱਖ ਦਾ ਕੰਮ ਹੈ, ਸਿੱਖ ਦੀ ਡਿਊਟੀ ਕੇਵਲ ਗੁਰੂ ਦੀ ਗੋਦ ਵਿੱਚ ਬਹਿਣਾ ਹੈ, ਇਹ ਉਹਦੀ ਡਿਊਟੀ। ਪਰ ਔਖਾ ਬਹੁਤ ਹੈ ਬਹਿਣਾ। ਗੋਦ ਵਿੱਚ ਬਹਿਣ ਦਾ ਮਤਲਬ ਮੈਨੂੰ ਕੋਈ ਚਿੰਤਾ ਨਹੀਂ, ਬਸ ਮੈਂ ਬੈਠ ਗਿਆ, ਬਸ ਗਲਵਕੜੀ ਪਾ ਲਈ, ਹੋਰ ਕੁਝ ਨਹੀਂ ਕਰਨਾ। ਉਹ ਕੰਮ ਗੁਰੂ ਦਾ ਹੈ। ਕੰਮ ਕਰਨਾ, ਬਚਾਉਣਾ, ਨਾ ਬਚਾਉਣਾ, ਰੱਖਣਾ, ਇਹ ਜ਼ਿੰਮੇਵਾਰੀ ਸਾਰੀ ਉਹਦੀ ਹੋਊਗੀ, ਉਹਨੂੰ ਕੋਈ ਫਿਕਰ ਨਹੀਂ। ਪਰ ਯਾਦ ਰੱਖੀਏ, ਜੇ ਗੁਰੂ ਨੇ ਆਪਣਾ ਕੰਮ ਕੀਤਾ, ਬਚਾਉਣਾ ਚਾਹਿਆ, ਤੇ ਸਾਨੂੰ ਗਲਵਕੜੀ ਪਾਣ ਤੇ ਗੋਦ ਵਿੱਚ ਬਹਿਣ ਦੀ ਜਾਚ ਨਾ ਆਈ, ਫਿਰ ਗੁਰੂ ਸਾਡਾ ਕੰਮ ਨਹੀਂ ਕਰੇਗਾ। ਸਿੱਖ ਦਾ ਕੰਮ ਕੇਵਲ ਗੋਦ ਵਿੱਚ ਬਹਿਣਾ ਹੈ, ਬਾਕੀ ਕੰਮ ਗੁਰੂ ਕਰਦਾ ਹੈ। ਪਰ ਸਾਨੂੰ ਗੋਦ ਵਿੱਚ ਬਹਿਣ ਦੀ ਜਾਚ ਹੀ ਨਹੀਂ ਆਉਂਦੀ। ਕਦੀ ਕਦੀ ਕੋਈ ਵਿਅਕਤੀ ਗੁਰੂ ਦੀ ਗੋਦ ਵਿੱਚ ਬਹਿਣ ਦੇ ਕਾਬਲ ਹੋ ਜਾਂਦਾ ਹੈ, ਟਿਕ ਜਾਂਦਾ ਹੈ, ਨਿਸ਼ਚਿੰਤ ਹੋ ਜਾਂਦਾ ਹੈ। ਜਿਵੇਂ ਇੱਕ ਬਾਪ ਕਿਸੇ ਬੜੇ ਸੌੜੇ ਰਸਤੇ ਤੋਂ, ਸੌੜੇ ਪੁਲ ਤੋਂ ਲੰਘ ਰਿਹਾ, ਚੌਹਾਂ ਪਾਸੇ ਬੜੀਆਂ ਖੱਡਾਂ ਨੇ, ਚੌਹਾਂ ਪਾਸੇ ਬੜੀ ਡੂੰਘੀ ਨਦੀ ਵਗਦੀ ਹੈ, ਤੇ ਬੱਚੇ ਦਾ ਉੱਥੇ ਪਿਤਾ ਦੀ ਗਲਵਕੜੀ ਨੂੰ ਘੁੱਟ ਕੇ ਚੰਬੜ ਜਾਣਾ, ਉਹਨੂੰ ਡਿੱਗਣ ਤੋਂ ਬਚਾਉਣਾ, ਫਿਰ ਕੰਮ ਪਿਤਾ ਦਾ ਹੁੰਦਾ ਹੈ। ਤੇ ਜੇ ਬੱਚਾ ਆਪ ਹੀ ਚਿੰਤਾ ਕਰੀ ਜਾ, ਕਿਤੇ ਇੱਧਰ ਹੋਣਾ, ਡਿੱਗ ਨਾ ਪੈਣਾ, ਆਪਾਂ ਡਿੱਗ ਪੈਣਾ, ਇਹ ਹੀ ਰੋਈ ਜਾਏ, ਤੇ ਫਿਰ ਬੱਚੇ ਦੀ ਗਲਵਕੜੀ ਵੀ ਖੁੱਲ ਜਾਂਦੀ ਹੈ ਤੇ ਉਹ ਆਪ ਹੀ ਡਿੱਗ ਪੈਂਦਾ ਹੈ। ਸਿੱਖ ਦੀ ਡਿਊਟੀ ਹੈ ਗੁਰੂ ਦੀ ਗੋਦ ਵਿੱਚ ਬਹਿਣਾ। ਇਹ ਬੜਾ ਪਿਆਰਾ ਸਿਧਾਂਤ ਹੈ, ਸ਼ਬਦ ਸਿਧਾਂਤ। ਸਿੱਖੀ ਦੇ ਵਿੱਚ ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਜਦੋਂ ਸਿੱਖੀ ਜਵਾਨ ਹੋ ਜਾਏਗੀ ਨਾ, ਉਦੋਂ ਨੂੰ ਪਤਾ ਲੱਗੇਗਾ ਸਾਡੇ ਕੋਲ ਕਿੰਨੀ ਵੱਡੀ ਅਧਿਆਤਮਕ ਸਾਧਨਾ ਹੈ, ਮੁਸ਼ੱਕਤ ਹੈ। ਸ਼ਬਦ ਸਾਧਨਾ ਦੁਨੀਆ ਦੀ ਸਭ ਤੋਂ ਤਾਕਤਵਰ ਤੇ ਸਭ ਤੋਂ ਸਰਲ ਸਾਧਨਾ ਹੈ। ਸ਼ਬਦ ਦੀ ਸਾਧਨਾ ਕਰਨੀ, ਗੋਦ ਵਿੱਚ ਬਹਿ ਜਾਣਾ, ਕੇਵਲ, ਹੋਰ ਕੁਝ ਵੀ ਨਹੀਂ ਕਰਨਾ। ਜਿਹੜਾ ਸਿੱਖ ਹੈ, ਜਿਹੜਾ ਜੋਗੀ ਹੈ, ਉਹਨੇ ਤੇ ਬੜੇ ਯਤਨ ਕਰਨੇ ਨੇ, ਧਿਆਨ ਨਾ ਟੁੱਟ ਜਾਏ, ਧਿਆਨ ਲਾਉਣਾ ਹੈ। ਬੜਾ ਯਤਨ ਕਰਦਾ ਹੈ ਵਿਚਾਰਾ। ਸਮਾਧੀ ਲਾਉਣ ਵਾਲਾ ਸਮਾਧੀ ਕਰਦਾ ਹੈ, ਤੀਰਥ ਤੇ ਜਾਣ ਵਾਲਾ ਤੀਰਥ ਦੀ ਮੁਸ਼ੱਕਤ ਕਰਦਾ ਹੈ, ਲੰਗਰ ਲਾਉਣ ਵਾਲਾ ਲੰਗਰ ਲਾਉਂਦਾ ਹੈ, ਪਾਠ ਕਰਨ ਵਾਲਾ ਬੜੇ ਪਾਠ ਕਰਦਾ ਹੈ। ਸਿੱਖ ਨੇ ਕੀ ਕਰਨਾ ਹੈ? ਸਿੱਖ ਨੇ ਤੇ ਕੇਵਲ ਸ਼ਬਦ ਦੇ ਵਿੱਚ ਬਹਿਣਾ, ਬਾਕੀ ਕੁਝ ਨਹੀਂ ਕਰਨਾ। ਸ਼ਬਦ ਦੇ ਵਿੱਚ ਚਲੇ ਜਾਣਾ, ਬਾਕੀ ਕੰਮ ਸ਼ਬਦ ਨੇ ਕਰਨਾ ਹੈ, ਉਹਨੇ ਨਹੀਂ ਕਰਨਾ ਬਾਕੀ। ਇਹ ਸਮਰਪਿਤ ਧਰਮ ਹੈ, ਇਹ ਮੁਸ਼ੱਕਤ ਵੀ ਹੈ ਤੇ ਸਮਰਪਿਤ ਹੈ। ਹਾਂ, ਇਹ ਬਹੁਤ ਔਖੀ ਪ੍ਰਕਿਰਿਆ ਵੀ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਟਿਕਾ ਲੈਣਾ, ਹੋਰ ਕੁਝ ਨਾ ਕਰਨਾ, ਬਾਕੀ ਸਭ ਕੁਝ ਆਪੇ ਹੁੰਦਾ ਹੈ। ਜਿਵੇਂ ਮੈਂ ਉਦਾਹਰਨ ਦੇਣਾ ਹੁੰਨਾ, ਬਈ ਜਦੋਂ ਆਪਾਂ ਇੱਕ ਸ਼ਹਿਰ ਤੋਂ ਦੂਜੇ ਜਾਣਾ ਹੈ, ਆਪਾਂ ਸਿਰਫ ਬੱਸ ਦੇ ਵਿੱਚ ਬਹਿਣਾ ਹੈ, ਆਪਾਂ ਬੱਸ ਚਲਾਉਣੀ ਨਹੀਂ, ਸਿਰਫ ਬਹਿਣਾ ਹੈ, ਵਿੱਚ ਟਿਕ ਕੇ ਬੈਠ ਜਾਣਾ। ਉਹਦੇ ਵਿੱਚ ਬਹਿਣਾ ਸਾਡਾ ਕੰਮ ਹੈ। ਉਹ ਕਿਵੇਂ ਚੱਲ ਰਹੀ ਹੈ, ਬੱਸ ਹੈ ਜਾਂ ਟ੍ਰੇਨ ਹੈ, ਉਹਨੂੰ ਕਿਵੇਂ ਉਹ ਚਲਾ ਰਿਹਾ, ਇਹ ਕੰਮ ਕਿਸੇ ਹੋਰ ਦਾ ਹੈ, ਆਪਾਂ ਸਿਰਫ ਬੈਠਣਾ। ਸਿੱਖ ਨੇ ਜਦੋਂ ਸ਼ਬਦ ਨੂੰ ਜਪਣਾ, ਸਿਰਫ ਸ਼ਬਦ ਦੇ ਵਿੱਚ ਧਿਆਨ ਨੂੰ, ਸੁਰਤ ਨੂੰ ਉਹਦੇ ਅੰਦਰ ਅੰਦਰ ਰੱਖਣਾ, ਹੋਰ ਕੁਝ ਨਹੀਂ ਕਰਨਾ, ਬਾਕੀ ਕੰਮ ਸ਼ਬਦ ਆਪੇ ਕਰ ਲਏਗਾ, ਹੋਰ ਕੁਝ ਨਹੀਂ ਕਰਨਾ। ਕਿਉਂਕਿ ਸ਼ਬਦ ਨਿਰੰਤਰ ਉਡਾਨ ਹੈ ਪਰਮਾਤਮਾ ਵੱਲ। ਜਿਵੇਂ ਆਪਾਂ ਕਹਿੰਦੇ ਆ ਨਾ, ਫਲਾਣੇ ਥਾਂ ਤੋਂ 5 ਮਿੰਟ ਬਾਅਦ ਬੱਸ ਜਾਂਦੀ ਹੈ, ਫਲਾਣੇ ਸਟੇਸ਼ਨ ਤੇ 5 ਮਿੰਟ ਬਾਅਦ, ਸਾਰਾ ਦਿਨ। ਸ਼ਾਇਦ ਕਿਸੇ ਥਾਂ ਤੇ 5 ਮਿੰਟ ਬਾਅਦ ਜਾਂਦੀ ਹੋਵੇ, ਪਰ ਸ਼ਬਦ ਇੱਕ ਐਵੇਂ ਦੀ ਅਸਵਾਰੀ ਹੈ ਜਿਹੜਾ 5 ਮਿੰਟ ਨਹੀਂ ਲਾਂਦਾ, ਉਹ ਤੇ ਇੱਕ ਇੱਕ ਪਲ ਬਾਅਦ ਉਡਾਨ ਭਰ ਰਿਹਾ ਪਰਮਾਤਮਾ ਵੱਲ। ਜਦੋਂ ਮਰਜ਼ੀ ਚੜ ਜਾਓ, ਬਸ ਅਸਵਾਰ ਹੋਣਾ ਬੰਦੇ ਨੇ। ਇੰਨੀ ਕੁ ਹਿੰਮਤ ਤੇ ਬੰਦੇ ਨੇ ਕਰਨੀ ਹੈ ਵੀ ਉਹ ਸ਼ਬਦ ਦੇ ਵਿੱਚ ਚਲਾ ਜਾਏ, ਉਦੋਂ ਅਗਲਾ ਕੰਮ ਸ਼ਬਦ ਨੇ ਕਰ ਦੇਣਾ। ਇੰਨੀ ਹਿੰਮਤ ਸਿੱਖ ਨੇ ਕਰਨੀ ਹੈ ਵੀ ਉਹ ਗੁਰੂ ਦੀ ਗੋਦ ਦੇ ਵਿੱਚ ਬੈਠ ਜਾਏ, ਬਾਕੀ ਦਾ ਕੰਮ ਸਾਰਾ ਗੁਰੂ ਨੇ ਕਰਨਾ ਹੈ। ਪਰ ਬਹਿਣਾ ਬਹੁਤ ਔਖਾ ਹੈ। ਭਾਈ ਲਹਿਣਾ ਜੀ ਬਹਿ ਗਏ, ਜਿਹੜਾ ਗੋਦ ਵਿੱਚ ਬਹਿ ਗਿਆ ਉਹ ਗੱਦੀ ਤੱਕ ਚਲਾ ਗਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੈ ਪਛਾਨੀ। ਇਸ ਲਈ ਮੈਂ ਬੇਨਤੀ ਕਰ ਰਿਹਾ ਸਾਂ, ਉਹਨੂੰ ਸਾਰਾ ਕੁਝ ਮੰਨ ਲੈਣਾ, ਕਰਤਾ ਪੁਰਖ ਜੋ ਕਰਨਾ ਤੂੰ ਹੀ ਕਰ ਰਿਹਾ। ਉਸੇ ਵੇਲੇ ਹਉਮੈ ਚਲੀ ਜਾਏਗੀ। ਇੱਕ ਉਸ ਵਫਾਦਾਰੀ ਦਾ ਪ੍ਰਤੀਕ ਹੈ ਭਗਤੀ,
ਜਿਹਦੇ ਵਿੱਚ ਬੰਦਾ ਆਪਣਾ ਫਿਕਰ ਆਪ ਨਹੀਂ ਕਰਦਾ, ਜਿਹਨੂੰ ਆਪਾਂ ਕਹਿੰਦੇ ਆ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਏ, ਜਲ ਮੈਂ ਜੰਤ ਉਪਾਇਨ ਤਿਨਾ ਬਿਰੋਜੀ ਦੇ। ਜਿਹਨੂੰ ਸਾਹਿਬ ਕਹਿੰਦੇ ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਤਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਤਰਿਆ। ਇਹ ਅਵਸਥਾ ਕਾਹੇ ਕੋ ਡੋਲਤ ਹੈ, ਤੁਮਰੀ ਸੁਧ ਸ੍ਰੀ ਪਦਮਾ ਪਤ ਲੈ ਹੈ, जान को देत अजान को देत, जमीन को देत जमान को दे हैं, काहे को डोलत है, तुमरी सुध श्री पदमा पत ले हैं। तेरी सार करेगा पर ओ सार तेरी तां लएगा जे तू ओदे उत्ते छड़ दिता, जे तू ओदे उत्ते ना छड़िया फिर तेरी सार नहीं लएगा, फिर ते तू खुद करता है। अज दा जिहड़ा शब्द है ना, ये उस अकाली दृष्टि दे विचों आया है जिथे जाके सारे भरम निवृत्त हो जाते ने, जिथे बंदा कुछ भी नहीं करता, अकर्ता हो जाता, करन तो रहत हो जाता, वो जो भी करता जे वो खांदा तां भी उसनूं महसूस हुंदा है प्रभु खुद खा रहा है। जे वो गुरु के सवारियों वेखदा तां भी वो कहंदा परमात्मा विचों वेख रहा, जे सुनदा तां ही। ये जिहड़ी है मुशक्कत करके उस दृष्टि नूं पैदा कीता है भगत कबीर जी ने, जिहदे विचों ये सारा कुछ दिसना शुरू हो जाता है। उत्थे ना कोई पूजा है, ना कोई स्थान ते कर्म कांड है, वो ऐसी दुनिया है जिथे सारा कुछ भरम टुट जाता है, जिथे पूजा भी नहीं रहिंदी। वो अवस्था जिन्हों गुरु अर्जन देव जी सुखमणी साहिब विच कहंदे ने, आपस को आपै आदेश। आदेश का मतलब हुंदा है मत्था टेकना। जिदन बंदा मत्था टेकदा टेकदा गुरु नूं अपने आप नूं टेकना शुरू करदा है, अंतर्मुखी हो जाए, अपने अंदर चला जाए, उस दिन असली अखरां विच मत्था टेकना शुरू कर दिंदा मनुख। ये सारे भरम जाल उस अवस्था विच टुट जांदे ने जिन्हों कबीर साहब कहंदे ने, आ हुणे आप शब्द सुन रहे सो, पाती तोरै मालनी पाती पाती जियो, जिस पाहन को पाती तोरै सो पाहन निर्जियो, भूली मालनी है एओ, सतगुरु जागता है देव। ये किवें है? सारियां पत्तियां दे विच परमात्मा दिस पिया। कड़ाह प्रसाद विचों परमात्मा दे दर्शन हो सकते ने कदी सानू? वो ते खाण दी वस्तु है। जिहड़े फुल लैके आए कदी उन्हां विचों रब दिसिया सानू? गुरु कोल फुल लैके आए, वापसी ध्यान अंदर डूंगा चला जाए। अज दी अवस्था दा अर्थ है जिहड़ा शब्द उच्चारण कीता है, कोई कुछ नहीं है, सारे कुछ दे विचों आप ही है। गुरु नूं फुल चढ़ांदियां चढ़ांदियां तोड़दियां तोड़दियां बूटियां दे नालों एक दिन फुल तोड़न लगियां फुल दे विचों गुरु दिसन लग पए, फिर ते फुल बन गए, पूजा बन गई ते प्रेम बन गया गुरु दा। ते जे सारी जिंदगी फुलां दा कतल करी जाए, अंदर दया ना आई, मैं बेनती करां भरम निवृत्त केवल एक चक्कर है जीवन दा जिहदे विच बंदा तुरिया रहिंदा है। फुलां दे विचों परमात्मा, पाती तोरै मालनी, एक मालण जिहड़ी है पत्तियां तोड़ रही है, किनू खुश करन वास्ते? परमात्मा नूं। पर कहंदे ने वो ब्रह्म दृष्टि अकाली दृष्टि जदों पैदा हो जाए उदों हर एक पत्ती दे विचों जी दिसन लग पैंदा है, परमात्मा दिसन लग पैंदा है। पाती पाती जियो, जिस पाहन को पाती तोरै सो पाहन निर्जियो। दृष्टि डूंगी चली गई। ब्रह्म पाती बिसन डारी फूल शंकर देओ। ये तिन्ने देवते ते उस रुख विच बैठे सन। ब्रह्म पाती, पत्तियां दे विच ब्रह्मा सी, बिसन डारी ते डालियां दे विच विष्णु सी, ते फुल्लां दे विच शिवजी सी। ब्रह्म पाती बिसन डारी फूल शंकर देओ, तीन देव परतख तोरै करें किसकी सेव। तिन्ना देवतियां नूं ते तोड़ ही दिता, पूजा किहदी करनी है? वैसे ये दृष्टि है, पहला नहीं आएगी। पहला पूजा करे कोई, पर सहजे सहजे तब्दील कर जाए। सारी जिंदगी कोलू दे बैल वांगू भावना धर्म नहीं है। एक चीज नूं वरत के समय दे विच ओदा जिहड़ा पीरियड है, ओदा समा है, ओनू हंडा के ओदे विचों सिख के अगे चले जाना चंगी गल है। पर जदों जदों धार्मिक पुरुषां ने इवें दे कर्म दिते ने, बंदे ने उन्हां नूं घुट के फड़ लिया।
ਇਹਨਾਂ ਜਕੜ ਕੇ ਫੜਿਆ ਵੀ ਉੱਥੇ ਰੁਕੇ ਹੋਏ ਨੇ, ਉੱਥੇ ਰੁਕ ਕੇ ਜੀਵਨ ਗੁਜ਼ਾਰ ਦਿੱਤਾ। ਅਸਲ ਵਿੱਚ ਇਹ ਸਾਰੀਆਂ ਚੀਜ਼ਾਂ ਸਾਧਨ ਸਨ, ਇਹ ਜਮਾਤਾਂ ਸਨ, ਅਵਸਥਾਵਾਂ ਸਨ। ਇਹਨਾਂ ਨੂੰ ਹੰਢਾ ਕੇ ਬੰਦੇ ਨੇ ਪਾਰ ਚਲੇ ਜਾਣਾ ਸੀ। ਪਾਠ ਕਰਨਾ, ਦੇਗ ਕਰਾਉਣੀ, ਸੇਵਾ ਕਰਨੀ, ਹੋਰ ਕਈ ਕੁਝ ਕਰਨਾ, ਇਹ ਸਾਰੀਆਂ ਜਮਾਤਾਂ ਨੇ ਧਾਰਮਿਕ ਜੀਵਨ ਦੀਆਂ। ਪਰਮਾਤਮਾ ਤੋਂ ਸੰਸਾਰ ਦੀਆਂ ਚੀਜ਼ਾਂ ਮੰਗਣੀਆਂ, ਇਹ ਵੀ ਇੱਕ ਜਮਾਤ ਹੈ। ਪਰਮਾਤਮਾ ਤੋਂ ਪੁੱਤਰ ਮੰਗਣਾ ਜੇ ਨਾ ਹੋਵੇ, ਇਹ ਕਲਾਸ ਹੈ ਧਰਮ ਦੀ, ਜਮਾਤ ਹੈ। ਪਰ ਪੁੱਤਰ ਮਿਲ ਗਿਆ ਫਿਰ ਰੱਬ ਭੁੱਲ ਗਿਆ, ਇਹਦਾ ਮਤਲਬ ਉਹ ਸੰਗਲ ਬਣ ਗਿਆ ਜੀਵਨ ਦਾ। ਦੁੱਧ ਮੰਗਿਆ ਤੇ ਦੁੱਧ ਮਿਲ ਗਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਇਸ ਤਰ੍ਹਾਂ ਕਹਿੰਦੇ, ਦੂਧ ਪੂਤ ਕੇ ਦਵਈਆ। ਦੁੱਧ ਮੰਗਿਆ ਸੀ, ਪੁੱਤਰ ਮਿਲਿਆ ਸੀ, ਮਿਲ ਗਿਆ। ਹੁਣ ਉਹਦੀ ਬੰਦਗੀ ਕਰ ਜਿਹਨੇ ਦਿੱਤਾ ਹੈ, ਜੁੜਨ ਦਾ ਸਾਧਨ ਬਣ ਗਿਆ। ਇੱਕ ਕਲਾਸ ਹੈ ਧਰਮ ਦੀ, ਚੀਜ਼ਾਂ ਮੰਗਣੀਆਂ। ਸੰਸਾਰ ਦੀਆਂ ਚੀਜ਼ਾਂ ਗੁਰੂ ਕੋਲੋਂ ਮੰਗ ਕੇ ਗੁਰੂ ਨਾਲ ਜੁੜ ਜਾਣਾ ਧਰਮ ਦੀ ਇੱਕ ਪ੍ਰਕਿਰਿਆ ਹੈ। ਪਰ ਸੰਸਾਰ ਦੀਆਂ ਚੀਜ਼ਾਂ ਮੰਗ ਕੇ ਉਹ ਜਦੋਂ ਮਿਲ ਜਾਣ, ਉਹਨਾਂ ਚੀਜ਼ਾਂ ਵਿੱਚ ਡੁੱਬ ਜਾਣਾ ਮਨਮੁਖਤਾ ਹੈ। ਕਲਾਸ ਇਹ ਵੀ ਇੱਕ ਧਰਮ ਦੀ। ਅਗਲੀ ਪੰਕਤੀ ਪੜ੍ਹ ਕੇ ਵੇਖੀਏ। ਕਿਸੇ ਬੰਦੇ ਨੂੰ ਰੋਗ ਲੱਗਾ ਹੋਵੇ ਤੇ ਸੋਗੀ ਰਹਿੰਦਾ ਹੋਵੇ, ਰੱਬ ਅੱਗੇ ਅਰਦਾਸ ਕਰੇ ਤੇ ਉਹਦਾ ਰੋਗ ਹਟ ਗਿਆ, ਉਹਦਾ ਸੋਗ ਹਟ ਗਿਆ, ਤੇ ਫਿਰ ਉਸ ਰੱਬ ਦੀ ਬੰਦਗੀ ਕੀਤੀ ਤਾਂ ਇਹ ਹਟਿਆ ਹੋਇਆ ਰੋਗ ਵੀ ਬੰਦਗੀ ਬਣ ਜਾਏਗਾ। ਤੇ ਜੇ ਰੋਗ ਹਟ ਗਿਆ ਤੇ ਪਰਤ ਕੇ ਫਿਰ ਗੁਰੂ ਨੂੰ ਵਿਸਾਰ ਦਿੱਤਾ, ਜੋ ਮਰਜ਼ੀ ਕਰੀ ਗਏ, ਇਹਦਾ ਮਤਲਬ ਉਹ ਜਿਹੜਾ ਅਰਦਾਸ ਕੀਤੀ ਸੀ ਉਹ ਹੀ ਬੰਧਨ ਬਣ ਗਿਆ। ਗੁਰੂ ਕਲਗੀਧਰ ਪਾਤਸ਼ਾਹ ਅੱਗੇ ਬਚਨ ਕਹਿੰਦੇ ਨੇ, ਕਹਿਣ ਲੱਗੇ, ਰੋਗ ਸੋਗ ਕੇ ਮਿਟਈਆ, ਤੂੰ ਰੋਗਾਂ ਤੇ ਸੋਗਾਂ ਨੂੰ ਮਿਟਾਉਣ ਵਾਲਾ ਹੈ। ਪਰ ਅਸੀਂ ਰੋਗ ਤੇ ਸੋਗ ਮਿਟਾ ਕੇ ਫਿਰ ਉਹ ਕੰਮ ਕਰਨ ਲੱਗ ਪੈਂਦੇ ਆ ਜਿਨ੍ਹਾਂ ਕਰਕੇ ਰੋਗ ਪੈਦਾ ਹੋਏ ਸਨ। ਇਸ ਲਈ ਹਰ ਇੱਕ ਚੀਜ਼ ਨੂੰ ਆਪਾਂ ਵਰਤ ਕੇ ਉਹਦੇ ਰਾਹੀਂ ਗੁਰੂ ਕੇ ਚਰਨਾਂ ਨਾਲ ਜੁੜ ਸਕਨੇ ਆ। ਅੱਜ ਦੇ ਸ਼ਬਦ ਦਾ ਸੰਪੂਰਨ ਭਾਵ ਇਹ ਹੈ, ਉਹ ਬ੍ਰਹਮ ਦ੍ਰਿਸ਼ਟੀ, ਅਕਾਲੀ ਦ੍ਰਿਸ਼ਟੀ, ਜਿਹਦੇ ਰਾਹੀਂ ਸੰਸਾਰ ਹੀ ਬਦਲ ਜਾਂਦਾ ਹੈ, ਜਿਹਦੇ ਰਾਹੀਂ ਬੰਦੇ ਦਾ ਵੇਖਣ ਦਾ ਢੰਗ ਤਬਦੀਲ ਹੋ ਜਾਂਦਾ ਹੈ। ਉਹਦੀ ਦ੍ਰਿਸ਼ਟੀ ਦੇ ਵਿੱਚ ਮੱਥਾ ਟੇਕਣਾ ਵੀ ਹੋਰ ਦਾ ਹੋਰ ਹੋ ਜਾਂਦਾ ਹੈ, ਉਹਦੀ ਦ੍ਰਿਸ਼ਟੀ ਦੇ ਵਿੱਚ ਪਾਠ ਕਰਨਾ ਵੀ ਹੋਰ ਦਾ ਹੋਰ ਹੋ ਜਾਂਦਾ ਹੈ, ਉਹਦੀ ਦ੍ਰਿਸ਼ਟੀ ਵਿੱਚ ਅਰਦਾਸ ਕਰਨੀ ਵੀ ਹੋਰ ਹੋ ਜਾਂਦੀ ਏ, ਤੇ ਗੁਰੂ ਕੇ ਸਵਾਰਿਓ ਸੇਵਾ ਦੇ ਅਰਥ ਵੀ ਤਬਦੀਲ ਹੋ ਜਾਂਦੇ ਨੇ। ਸਭ ਕੁਝ ਬਦਲ ਜਾਂਦਾ ਹੈ। ਉਸੇ ਤਰ੍ਹਾਂ ਦਾ ਨਹੀਂ ਰਹਿੰਦਾ ਰੁੱਖਾ ਸੁੱਖਾ ਜਿਵੇਂ ਪਹਿਲਾਂ ਸੀ, ਬਦਲੀ ਹੁੰਦੀ ਜਾਂਦੀ ਹੈ। ਪਿਆਰ ਵੱਧਦਾ ਜਾਂਦਾ ਹੈ, ਅੰਦਰ ਜਿਹੜੀ ਚੇਤਨਾ ਸੀ ਉਹ ਫੈਲ ਜਾਂਦੀ ਹੈ। ਮਨ ਦਾ ਗਿਆਨ ਸਰੂਪ ਜਿਹੜਾ ਹੈ ਉਹਦੇ ਵਿੱਚ ਵਾਧਾ ਹੋਣ ਲੱਗ ਪੈਂਦਾ, ਤੇ ਬੰਦੇ ਨੂੰ ਇਹਨਾਂ ਚੀਜ਼ਾਂ ਦੀ ਸਮਝ ਆਉਣ ਲੱਗ ਪੈਂਦੀ ਏ। ਉਸ ਵੇਲੇ ਬੰਦਾ ਜਾਗ ਕੇ ਇੱਕਦਮ ਕਹਿੰਦਾ ਹੈ ਵੀ ਕਿੰਨਾ ਸਮਾਂ ਹੋ ਗਿਆ ਇਸ ਚੀਜ਼ ਨੂੰ ਸਮਝ ਹੋ ਰਹੇ ਸਾਂ, ਨਿਕਲ ਹੋ ਰਹੀ ਹੈ। ਇਹਨੂੰ ਕਹਿੰਦੇ ਨੇ ਪਰਦਿਆਂ ਦਾ ਲਹਿ ਜਾਣਾ, ਭਰਮ ਦਾ ਟੁੱਟ ਜਾਣਾ। ਅੱਜ ਕਬੀਰ ਸਾਹਿਬ ਉਹ ਗੱਲ ਕਹਿ ਰਹੇ ਨੇ ਜਿਹਦੇ ਵਿੱਚ ਸੰਸਾਰ ਦੇ ਅਰਥ ਹੀ ਤਬਦੀਲ ਹੋ ਜਾਂਦੇ ਨੇ। ਜਿਸ ਥਾਂ ਤੇ ਜਾ ਕੇ ਪੂਜਾ ਉਸ ਤਰ੍ਹਾਂ ਦੀ ਪੂਜਾ ਨਹੀਂ ਰਹਿੰਦੀ ਜਿਵੇਂ ਆਪਾਂ ਪਹਿਲਾਂ ਪੂਜਾ ਕਰ ਰਹੇ ਸੀ। ਇਹਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿਣ ਲੱਗੇ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋਂ, ਅਵਰ ਨਾ ਫੂਲ ਅਨੂਪ ਨਾ ਪਾਵੋਂ। ਹੁਣ ਪੂਜਾ ਦਾ ਢੰਗ ਸਾਰਾ ਤਬਦੀਲ ਹੋ ਗਿਆ, ਬ੍ਰਹਮ ਦ੍ਰਿਸ਼ਟੀ ਆ ਗਈ, ਸਾਰਾ ਕੁਝ ਤਬਦੀਲ ਹੋ ਗਿਆ। ਸੰਸਾਰ ਅਸਲ ਵਿੱਚ ਕੁਝ ਨਹੀਂ ਹੈ। ਅੱਜ ਭਗਤ ਜੀ ਇੱਕ ਖਾਸ ਡੂੰਘੀ ਨਜ਼ਰ ਨਾਲ ਵੇਖ ਕੇ ਇਹਦੀ ਅਸਲੀਅਤ ਨੂੰ ਬਿਆਨ ਕਰ ਰਹੇ ਨੇ ਵੀ ਸੰਸਾਰ ਵਿੱਚ ਜੋ ਤੂੰ ਸਮਝ ਰਿਹਾ ਇਹ ਕੁਝ ਨਹੀਂ ਹੈ। ਅਸਲ ਵਿੱਚ ਇਹ ਨਾਟਕ ਖੇਡਿਆ ਜਾ ਰਿਹਾ ਹੈ, ਤੇ ਜਿਹੜੇ ਨਾਟਕ ਨੂੰ ਸੱਚ ਸਮਝ ਲੈਂਦੇ ਨੇ ਉਹਨਾਂ ਨੂੰ ਮੂਰਖ ਕਿਹਾ ਜਾਂਦਾ ਹੈ। ਮੈਂ ਹੂੰ ਪਰਮ ਪੁਰਖ ਕੋ ਦਾਸਾਂ, ਦੇਖਣ ਆਇਓ ਜਗਤ ਤਮਾਸ਼ਾ। ਤਮਾਸ਼ੇ ਦਾ ਮਤਲਬ ਜਿਵੇਂ ਬਾਜੀਗਰ ਤਮਾਸ਼ਾ ਲਾਉਂਦਾ, ਪਰ ਦ੍ਰਿਸ਼ਟੀ ਆ ਜਾ ਉਹਨੂੰ ਵੇਖਣ ਦੀ, ਨਾਟਕ ਨੂੰ ਵੇਖਣ ਦੀ ਦ੍ਰਿਸ਼ਟੀ। ਨਾਟਕ ਦੇ ਵਿੱਚ, ਸੀਨ ਦੇ ਵਿੱਚ ਕਈ ਲੋਕ ਕਿਸੇ ਨਾਲ ਲੜਦੇ ਨੇ, ਕਈ ਲੋਕ ਕਿਸੇ ਨੂੰ ਕਤਲ ਕਰਦੇ ਨੇ, ਮਾਰਦੇ ਨੇ। ਕੋਈ ਕਿਸੇ ਦੀ ਮਾਂ ਬਣਦੀ ਹੈ, ਕੋਈ ਪਤੀ ਬਣਦਾ ਹੈ, ਕੋਈ ਪੁੱਤਰ ਬਣਦਾ ਹੈ। ਪਰ ਉਹ ਅਸਲ ਵਿੱਚ ਜਦੋਂ ਨਾਟਕ ਤੋਂ ਬਾਹਰ ਆਉਂਦੇ ਨੇ ਸਭ ਕੁਝ ਉਹਨਾਂ ਨੂੰ ਭੁੱਲ ਜਾਂਦਾ ਹੈ, ਬਿਲਕੁਲ ਨਾਰਮਲ ਹੋ ਜਾਂਦੇ। ਸੰਸਾਰ ਹੈ ਤਾਂ ਨਾਟਕ। ਭਗਤ ਕਬੀਰ ਸਾਹਿਬ ਕਹਿੰਦੇ, ਦ੍ਰਿਸ਼ਟੀ ਤੋਂ ਬਿਨਾ ਕਿਵੇਂ ਬੰਦੇ ਨੂੰ ਪਤਾ ਲੱਗੇ ਐਵੇਂ ਭਰਮ ਵਿੱਚ ਦੁਖੀ ਹੁੰਦਾ ਜਾ ਰਿਹਾ। ਅਸਲ ਵਿੱਚ ਇਹ ਲੈਣ ਦੇਣ ਤੇ ਕਰਮਾਂ ਦਾ ਸੰਬੰਧ ਹੈ। ਸੰਸਾਰ ਦੇ ਚੱਕਰਾਂ ਵਿੱਚ ਨਾ ਪਾਓ, ਆਜ਼ਾਦ ਜੀਵਨ ਜਿਉਣ ਦੀ ਜਾਚ ਸਿੱਖ। ਇਹ ਸਾਰਾ ਜਾਲ ਦੁੱਖ ਸੁੱਖ ਕਰਮਾਂ ਦਾ ਹੈ।
ਇਹ ਪਰ ਦ੍ਰਿਸ਼ਟੀ ਕਿੱਥੋਂ ਮਿਲੇ ਵੀ ਇਹ ਕਰਮਾਂ ਕਰਕੇ ਜਾਂ ਆਟੋਮੈਟਿਕ ਹੋ ਰਿਹਾ, ਆਪਣੇ ਆਪ ਚੱਲ ਰਿਹਾ। ਜੋ ਇਹ ਜਾਣੋ ਸੋ ਇਹ ਨਾ ਹੈ। ਜੋ ਕੁਝ ਤੂੰ ਆਪਣੇ ਜੀਵਨ ਨੂੰ ਜਾ ਰਿਹਾ ਇਹ ਇਸ ਤਰ੍ਹਾਂ ਦਾ ਨਹੀਂ ਹੈ। ਪਰ ਦ੍ਰਿਸ਼ਟੀ ਤੋਂ ਬਿਨਾਂ ਕਿਵੇਂ ਪਤਾ ਲੱਗੇ? ਕਈ ਤਰ੍ਹਾਂ ਦੇ ਕਰਮ ਨੇ ਜਿਨ੍ਹਾਂ ਦਾ ਲੇਖਾ ਜੋਖਾ ਸਾਨੂੰ ਦੇਣਾ ਪੈਂਦਾ ਹੈ, ਉਸ ਅਨੁਸਾਰ ਸਾਨੂੰ ਦੁੱਖ ਸੁੱਖ ਮਿਲਦੇ ਨੇ। ਅਸੀਂ ਉਹਦੇ ਤੋਂ ਇੰਨੇ ਕਲਪ ਜਾਂਦੇ ਹਾਂ ਵੀ ਅੱਗੋਂ ਨਵੇਂ ਬੀਜ ਪੈਦਾ ਕਰ ਲੈਨੇ ਆ, ਨਵੇੜਾ ਨਹੀਂ ਹੁੰਦਾ। ਸੰਚਿਤ ਕਰਮ ਨੇ, ਪ੍ਰਾਲਬਧ ਕਰਮ ਨੇ। ਗੁਰੂ ਗ੍ਰੰਥ ਸਾਹਿਬ ਇਸ ਗੱਲ ਨੂੰ ਵਾਰ-ਵਾਰ ਕਹਿੰਦੇ ਨੇ। ਸਾਹਿਬ ਕਹਿੰਦੇ ਨੇ ਜੇ ਤੈਨੂੰ ਕੋਈ ਸੰਸਾਰ ਵਿੱਚ ਤੈਨੂੰ ਲੱਗਦਾ ਹੈ ਨਾ ਵੀ ਦੁਖੀ ਕਰਦਾ ਪਿਆ, ਇਹ ਦੁਖੀ ਤੂੰ ਆਪਣੇ ਆਪ ਕਰਕੇ ਹੋ ਰਿਹਾ, ਉਹਦੇ ਕਰਕੇ ਦੁਖੀ ਨਹੀਂ ਹੋ ਰਿਹਾ। ਤੂੰ ਉਹਨੂੰ ਪ੍ਰਵਾਨ ਕਰ ਰਿਹਾ, ਤੂੰ ਉਹਨੂੰ ਅੱਗੋਂ ਨਵਾਂ ਫਿਰ ਬਣਾ ਰਿਹਾ ਉਹਦੇ ਨਾਲ ਅਟੈਚ ਹੋ ਕੇ। ਜੇ ਤੂੰ ਉਹਨੂੰ ਸਮਝ ਲੈ ਵੀ ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ, ਤੇ ਅੱਗੋਂ ਜਿਹੜੀ ਇਹ ਦੁਕਾਨ ਬੰਦ ਹੋ ਜਾਏ ਕਰਮਾਂ ਵਾਲੀ। ਪਰ ਪਹਿਲਾਂ ਕੀਤਾ ਸੀ, ਪਹਿਲਾਂ ਕੁਝ ਸੀ, ਪਹਿਲਾਂ ਕੀਤਾ ਸੀ ਤੇ ਉਹਦੀ ਵਾਪਸੀ ਆਈ, ਅਸੀਂ ਹੋਰ ਅੱਗੋਂ ਕਲਪ ਗਏ ਤੇ ਗੁਰੂ ਕੇ ਸਵਾਰਿਓ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਇੱਕ ਬੀਜ ਦੇ 100 ਬੀਜ ਨਵੇਂ ਪੈਦਾ ਹੋ ਜਾਂਦੇ। ਤੇ ਜੇ ਉਹਦਾ ਨਵੇੜਾ ਆਰਾਮ ਨਾਲ ਕਰ ਲਿਆ, ਜਦੋਂ ਗੁਰੂ ਕੇ ਸਵਾਰਿਓ ਕੋਈ ਧਾਗੇ ਦੀਆਂ ਤਾਰਾਂ ਜਿਹੜੀਆਂ ਨੇ ਉਲਝ ਜਾਣ, ਜੇ ਉਹਨਾਂ ਨੂੰ ਅਸੀਂ ਖਿੱਚਿਆ ਤੇ ਹੋਰ ਉਲਝ ਜਾਣਗੀਆਂ, ਜੇ ਉਹਨਾਂ ਨੂੰ ਸਹਿਜ ਨਾਲ ਖੋਲ ਲਿਆ ਤੇ ਗੰਢਾਂ ਖੁੱਲ ਜਾਣਗੀਆਂ। ਜੀਵਨ ਦੇ ਵਿੱਚ ਜਿਹੜਾ ਦੁੱਖ ਆਉਂਦਾ ਹੈ, ਸਤਿਗੁਰੂ ਅੱਜ ਕਹਿ ਰਹੇ ਨੇ ਕਿਸੇ ਦੂਸਰੇ ਕਰਕੇ ਨਹੀਂ, ਨਾ ਕੋਈ ਤੇਰਾ ਪਤੀ, ਨਾ ਕੋਈ ਪੁੱਤਰ, ਨਾ ਭਰਾ, ਇਹ ਕੋਈ ਤੂੰ ਕਿਸੇ ਕਰਕੇ ਨਹੀਂ ਹੋ ਰਿਹਾ। ਅਸਲ ਵਿੱਚ ਤੇਰਾ ਆਪਣੀ ਪ੍ਰਾਲਬਧ ਜਿਹੜੀ ਉਹਨੂੰ ਤੂੰ ਭੋਗ ਰਿਹਾ, ਉਹਨੂੰ ਆਪਣੇ ਜੀਵਨ ਵਿੱਚ ਕਮਾ ਰਿਹਾ, ਕਿਸੇ ਕਰਕੇ ਕੁਝ ਨਹੀਂ ਹੋ ਰਿਹਾ। ਇਹ ਸਭ ਕੁਝ ਤੇਰੇ ਕਰਕੇ ਹੁੰਦਾ ਹੈ, ਪਰ ਅਸੀਂ ਦੂਸਰੇ ਤੇ ਆਰੋਪਿਤ ਕਰਨੇ ਆ, ਜਿਸ ਕਰਕੇ ਜੀਵਨ ਦਾ ਕੋਈ ਵੀ ਸਵਾਲ ਕਦੀ ਹੱਲ ਨਹੀਂ ਹੁੰਦਾ। ਮਨੁੱਖ ਇੱਥੇ ਰੋਂਦਾ ਹੁੰਦਾ ਹੈ ਤੇ ਅਖੀਰ ਨੂੰ ਕਲਪਦਾ ਚਲਾ ਜਾਂਦਾ ਹੈ, ਕਿਉਂਕਿ ਦੂਸਰਿਆਂ ਤੇ ਆਰੋਪਿਤ ਕਰਦਾ ਰਹੇ। ਇਹ ਲੈਣ ਦੇਣ ਕੇਵਲ ਕਰਮਾਂ ਦਾ ਹੈ। ਕਦੀ ਕਿਸੇ ਨੂੰ ਦਿੱਤਾ ਸੀ, ਉਹ ਪੁੱਤਰ ਬਣ ਕੇ ਲੈਣ ਆ ਗਿਆ, ਕਦੀ ਕਿਸੇ ਨੂੰ ਕੁਝ ਦਿੱਤਾ ਸੀ, ਕਦੀ ਕਿਸੇ ਨੂੰ ਸੁੱਖ ਦਿੱਤਾ ਸੀ, ਉਹ ਸੁੱਖ ਦੇਣ ਆ ਗਿਆ, ਕਿਸੇ ਨੂੰ ਸਤਾਇਆ ਸੀ, ਉਹ ਸਤਾਉਣ ਵਾਸਤੇ ਉਹਨੇ ਘਰ ਵਿੱਚ ਜਨਮ ਲੈ ਲਿਆ, ਹੋਰ ਕੁਝ ਨਹੀਂ ਹੈ ਇਹਦੇ ਵਿੱਚ। ਹਿਸਾਬ ਪੂਰਾ ਹੋ ਰਿਹਾ। ਜਿੱਦਣ ਕਿਸੇ ਦਾ ਹਿਸਾਬ ਪੂਰਾ ਹੋ ਜਾਂਦਾ, ਉਦਣ ਉਹ ਫਤਿਹ ਬੁਲਾ ਕੇ ਅੱਗੇ ਚਲਾ ਜਾਂਦਾ ਹੈ। ਇੱਥੋਂ ਤੱਕ ਜੀਵਨ ਹੈ ਸਿਰਫ। ਅੱਜ ਦੀ ਦ੍ਰਿਸ਼ਟੀ ਨਾਮ ਵਿੱਚੋਂ ਆਉਂਦੀ ਹੈ, ਇਸ ਤਰ੍ਹਾਂ ਇਹਦਾ ਪਤਾ ਨਹੀਂ ਲੱਗੇਗਾ। ਬੜਾ ਅਚਿੰਤ। ਕਹਿੰਦੇ ਨੇ ਮਹਾਤਮਾ ਬੁੱਧ ਬੈਠੇ ਸਨ, ਬ੍ਰਹਮ ਗਿਆਨ ਉਹਨਾਂ ਨੂੰ ਜਦੋਂ ਪ੍ਰਾਪਤ ਹੋ ਗਿਆ, ਕਹਿੰਦੇ ਨੇ ਕੋਈ ਬੰਦਾ ਉਹਨਾਂ ਤੋਂ ਬਹੁਤ ਦੁਖੀ ਸੀ, ਕਿਉਂਕਿ ਜਦੋਂ ਕੋਈ ਬੰਦਾ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜਾਏ ਨਾ, ਮਨਮੁਖ ਦਾ ਜਿਉਣਾ ਦੁਬਰ ਕਰ ਦਿੰਦਾ, ਕਿਉਂਕਿ ਉਹਦੇ ਵਿੱਚੋਂ ਇੰਨੀ ਤੇਜ਼ ਅਗਨੀ ਨਿਕਲਦੀ ਹੈ ਗਿਆਨ ਦੀ ਕਿ ਉਹਦੇ ਅੱਗੇ ਝੂਠ ਠਹਿਰ ਨਹੀਂ ਸਕਦਾ। ਉਹ ਨਖੇੜਾ ਕਰਕੇ ਰੱਖ ਦਿੰਦਾ ਵੀ ਜੀਵਨ ਅਸਲ ਵਿੱਚ ਕੀ। ਕਿਤੇ ਪ੍ਰਵਚਨ ਕਰਨਾ ਸੀ ਮਹਾਤਮਾ ਬੁੱਧ ਨੇ, ਤੇ ਉੱਥੇ ਉਹਨਾਂ ਨੇ ਜਿਹੜਾ ਪ੍ਰਵਚਨ ਕੀਤਾ, ਉੱਥੇ ਉਹਨਾਂ ਨੇ ਇਹ ਪ੍ਰਵਚਨ ਕੀਤਾ ਵੀ ਮਨਮੁਖ ਦਾ ਜੀਵਨ ਬੇਕਾਰ ਹੈ, ਜਿਹਨੂੰ ਆਪਾਂ ਕਹਿੰਦੇ ਆ ਤਵਾ ਲਾਉਣਾ ਪੰਜਾਬੀ ਵਿੱਚ। ਉਹ ਤਵਾ ਨਹੀਂ ਹੁੰਦਾ ਅਸਲ ਵਿੱਚ, ਤੇ ਤਵੇ ਤੋਂ ਬਿਨਾਂ ਪ੍ਰਸ਼ਾਦੇ ਪੱਕਦੇ ਹੀ ਨਹੀਂ ਕਦੀ। ਇੱਕ ਦਿਨ ਤਵਾ ਰਹਿ ਜਾਏ ਨਾ ਠੰਡਾ ਥੋੜਾ ਜਿਹਾ, ਤੇ ਦੂਸਰੇ ਦਿਨ ਆਪਾਂ ਦਵਾਈ ਲੈਣੀ ਪੈਂਦੀ ਹੈ, ਪੇਟ ਵਿੱਚ ਗੜਬੜ ਹੋ ਜਾਂਦੀ, ਕਿਉਂਕਿ ਪ੍ਰਸ਼ਾਦੇ ਕੱਚੇ ਰਹਿ ਗਏ। ਤਵਾ ਗਰਮ ਹੀ ਚਾਹੀਦਾ ਤਾਂ ਕਿ ਫੁੱਲ ਕੇ ਪ੍ਰਸ਼ਾਦੇ ਲੈਣ ਤੇ ਪਰਤ ਕੇ ਬੰਦੇ ਦੀ ਸਿਹਤ ਬਣੇ। ਇੱਕ ਠੰਡਿਆਂ ਤਵਿਆਂ ਨੇ ਬੜੇ ਲੋਕ ਬਿਮਾਰ ਕੀਤੇ ਹੋਏ ਨੇ, ਇਸ ਲਈ ਤਵਾ ਗਰਮ ਚਾਹੀਦਾ ਹੈ। ਇਹ ਤਵਾ ਹੁੰਦਾ ਹੀ ਨਹੀਂ ਅਸਲ ਵਿੱਚ, ਇਹ ਤੇ ਸਚਾਈ ਹੁੰਦੀ ਹੈ। ਇਸ ਲਈ ਉਹਨਾਂ ਨੇ ਜਿਹਨੂੰ ਤਵਾ ਕਹਿੰਦੇ ਲਾਇਆ, ਕੋਈ ਸਚਾਈ ਕਹਿ ਦਿੱਤੀ, ਇੱਕ ਬੰਦਾ ਬਹੁਤ ਔਖਾ ਹੋ ਗਿਆ। ਪਰਤ ਕੇ ਸਮਾਪਤੀ ਹੋਈ, ਮਹਾਤਮਾ ਬੁੱਧ ਬੈਠੇ ਸਨ, ਉਹ ਆਇਆ ਤੇ ਉਹਨੇ ਮਹਾਤਮਾ ਬੁੱਧ ਦੇ ਉੱਤੇ ਥੁੱਕ ਦਿੱਤਾ, ਥੁੱਕ ਉੱਤੇ ਪੈ ਗਈ। ਕੋਲ ਉਹਨਾਂ ਦੇ 2-3 ਚੇਲੇ ਬੈਠੇ ਸਨ। ਹੁਣ ਉਹਨਾਂ ਦਾ ਮਿਸ਼ਨ ਇਸ ਤਰ੍ਹਾਂ ਦਾ ਕੁਝ, ਇਹ ਮੈਂ ਉਹਨਾਂ ਦੀ ਉਦਾਹਰਨ ਦੇ ਰਿਹਾ ਵਾਂ, ਜ਼ਰੂਰੀ ਨਹੀਂ ਵੀ ਗੁਰਮਤ ਉਹਦੇ ਨਾਲ ਸਹਿਮਤ ਹੋ ਜਾਏ। ਉਹ ਬੈਠੇ ਸਨ ਤੇ ਜਦੋਂ ਥੁੱਕਿਆ ਉਹਨੇ, ਮਹਾਤਮਾ ਬੁੱਧ ਨੇ ਆਪਣਾ ਪਰਨਾ ਲੈ ਕੇ ਪਹੁੰਚ ਦਿੱਤਾ, ਧੋਲਿਆ ਉਸਨੂੰ, ਅੱਗੋਂ ਬੋਲੇ ਨਹੀਂ, ਚੁੱਪ ਕਰ ਗਏ।
ਤੇ ਜਿਹੜੇ ਨਾਲ ਬੈਠੇ ਸਨ ਕ੍ਰੋਧਿਤ ਹੋ ਗਏ, ਕਿਉਂਕਿ ਜਿੰਨੀ ਕੁ ਕਿਸੇ ਦੀ ਮਨ ਦੀ ਅਵਸਥਾ ਉਸੇ ਤੇ ਉਹ ਚੱਲਦਾ। ਉਹ ਨਾਲ ਵਾਲੇ ਕਹਿੰਦੇ ਨੇ ਮਹਾਰਾਜ ਇਸ ਬੰਦੇ ਨੇ ਹੱਦ ਕਰ ਦਿੱਤੀ ਏ, ਇਹਦੇ ਨਾਲੋਂ ਤੇ ਹੋਰ ਕੁਝ ਵੀ ਇੱਟ ਮਾਰ ਦਿੰਦਾ ਜੋ ਮਰਜੀ, ਪਰ ਇਹਨੇ ਤੇ ਹੱਦ ਕਰ ਦਿੱਤੀ, ਤੁਹਾਡੇ ਉੱਤੇ ਥੁੱਕ ਕੇ ਚਲਾ ਗਿਆ। ਤੇ ਬੜੇ ਗੁੱਸੇ ਵਿੱਚ ਕਹਿਣ ਲੱਗੇ ਜੇ ਹੁਕਮ ਦਿਓ ਤੇ ਹੁਣੇ ਇਹਦੀ ਸੇਵਾ ਕਰੀਏ, ਦਾ ਇਲਾਜ ਕਰੀਏ ਤਾਂ ਕਿ ਪਰਤ ਕੇ ਨਾ ਕਰੇ। ਮਹਾਤਮਾ ਬੁੱਧ ਨੇ ਇੱਕ ਗੱਲ ਕਹੀ ਜਿਹੜੀ ਸਾਡੇ ਕੰਮ ਆਉਣ ਵਾਲੀ ਹੈ। ਕਹਿਣ ਲੱਗੇ ਸ਼ਾਂਤ ਹੋ ਜਾਓ, ਚੁੱਪ ਕਰ ਜਾਓ। ਕਿਉਂ? ਕਹਿਣ ਲੱਗੇ ਬੜੇ ਚਿਰ ਬਾਅਦ ਇਹ ਬੰਦਾ ਆਇਆ ਹੈ, ਬਹੁਤ ਚਿਰ ਬਾਅਦ, ਕਈਆਂ ਜਨਮਾਂ ਤੋਂ ਬਾਅਦ ਮੈਨੂੰ ਮਿਲਿਆ ਤੇ ਸ਼ੁਕਰ ਕੀਤਾ ਅੱਜ ਆ ਗਿਆ। ਕਿਉਂ? ਕਹਿਣ ਲੱਗੇ ਅੱਜ ਹਿਸਾਬ ਪੂਰਾ ਹੋ ਗਿਆ। ਕਿਵੇਂ? ਕਹਿੰਦੇ ਕਈ ਜਨਮ ਪਹਿਲਾਂ ਮੈਂ ਇਹਦੇ ਤੇ ਥੁੱਕਿਆ ਸੀ, ਅੱਜ ਇਹ ਥੁੱਕ ਕੇ ਚਲਾ ਗਿਆ, ਮੈਨੂੰ ਪਤਾ ਹੈ, ਤੇ ਜੇ ਪਰਤ ਕੇ ਮੈਂ ਇਹਦੇ ਉੱਤੇ ਕਾਰਵਾਈ ਕੀਤੀ, ਪਰਤ ਕੇ ਫਿਰ ਪੁਆੜਾ ਪੈ ਜਾਣਾ, ਇਹਨੇ ਵੀ ਜੰਮਣਾ ਤੇ ਮੈਂ ਵੀ, ਹਿਸਾਬ ਮਸਾਂ ਬਰਾਬਰ ਕੀਤਾ, ਕੋਈ ਨਵੀਂ ਭਾਜੀ ਨਾ ਪਾਇਆ ਜੀ। ਪਰ ਇਹ ਦ੍ਰਿਸ਼ਟੀ ਹੈ ਉਹਨਾਂ ਦੀ, ਇਹ ਸੋਚ ਨਹੀਂ ਕੇਵਲ। ਜੇ ਆਪਾਂ ਸੋਚ ਕੇ ਕਰਨ ਲੱਗ ਪਏ ਨਾ, ਉਸ ਤਰ੍ਹਾਂ ਨਹੀਂ ਹੁੰਦਾ ਹੈ। ਜਿਵੇਂ ਇੱਕ ਬੰਦੇ ਦੇ ਆਪਾਂ ਸੋਚ ਕੇ ਕਰਨੇ ਆ, ਧਰਮ ਨੂੰ ਸੋਚ ਕੇ ਕਮਾ ਰਹੇ ਆ, ਅੰਤਿਸ਼ ਕਰਨ ਦੇ ਵਿੱਚੋਂ ਜਿਹੜੀ ਚੀਜ਼ ਪੈਦਾ ਹੁੰਦੀ ਹੈ ਨਾ ਜੀਵਨ ਵਿੱਚੋਂ, ਉਹ ਕੰਮ ਕਰਦੀ ਹੈ। ਅੰਤਿਸ਼ ਕਰਨ ਵਿੱਚੋਂ ਨਵੀਆਂ ਨਵੀਆਂ ਚੀਜ਼ਾਂ ਆਉਂਦੀਆਂ ਨੇ ਜੀਵਨ ਵਿੱਚ, ਉਹ ਕੰਮ ਦਿੰਦੀਆਂ। ਦੂਸਰੇ ਦੀ ਰੀਸ ਨਾ ਕਰਨਾ ਕਦੇ। ਆ ਬੜੇ ਲੋਕ ਕਰ ਹੀ ਰਹੇ ਨੇ। ਆ ਕਿਸੇ ਨੇ ਕੋਈ ਇੰਨਾ ਪਿਆਰ ਵਾਲਾ ਸੀ ਵੀ ਉਹ ਜਦੋਂ ਗੁਰਦੁਆਰੇ ਜਾਂਦਾ ਸੀ ਉਹਨੂੰ ਜੁੱਤੀ ਪਾਣੀ ਭੁੱਲ ਜਾਂਦੀ ਸੀ, ਜੋੜਾ ਪਹਿਨਣਾ ਭੁੱਲ ਜਾਂਦਾ ਸੀ। ਇੰਨਾ ਪਿਆਰ ਗੁਰੂ ਨਾਲ, ਕੱਪੜੇ ਯਾਦ ਹੀ ਨਹੀਂ ਸਨ ਰਹਿੰਦੇ ਕਿਹੜੇ ਪਹਿਨੇ ਨੇ। ਪਿਆਰ ਵਿੱਚ ਚਲਾ ਜਾਂਦਾ ਸੀ ਨੰਗੇ ਪੈਰੀ। ਹੁਣ ਉਹ ਜਦੋਂ ਆ ਰਿਹਾ ਨਾ ਤੇ ਉਹ ਧਰਮ ਉਹਦੇ ਹਿਰਦੇ ਵਿੱਚੋਂ ਪੈਦਾ ਹੋਇਆ, ਪਿਆਰ ਵਿੱਚੋਂ। ਉਹਦਾ ਧਰਮ ਇਹ ਹੈ ਵੀ ਜਦੋਂ ਗੁਰੂ ਦੀ ਯਾਦ ਘਰ ਬੈਠਿਆਂ ਆ ਗਈ ਨਾ, ਤੇ ਸਰੀਰ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਹੈ, ਸਾਰਾ ਕੁਝ ਭੁੱਲ ਗਿਆ। ਹੁਣ ਨਾ ਉਹਨੂੰ ਪਤਾ ਜੁੱਤੀ ਪਾਈ ਹੈ ਕਿ ਨਹੀਂ ਪਾਈ, ਉਸ ਤਰ੍ਹਾਂ ਚਲਿਆ ਆਇਆ, ਬੈਠ ਗਿਆ, ਨਾ ਪਰਤ ਕੇ ਗਿਆ ਤੇ ਕਿਸੇ ਨੂੰ ਦੱਸਿਆ ਵੀ ਨਹੀਂ। ਕਿਸੇ ਆ ਕੇ ਪੁੱਛਿਆ ਨੰਗੇ ਪੈਰੀ ਜਾ ਰਹੇ ਹੋ, ਤੇ ਉਹ ਪੈਰਾਂ ਵੱਲ ਵੇਖ ਕੇ ਕਹਿੰਦੇ ਨੇ ਪਤਾ ਨਹੀਂ, ਖਿਆਲ ਨਹੀਂ ਰਿਹਾ ਕੱਪੜੇ ਕਿਵੇਂ ਦੇ ਪਹਿਨੇ ਨੇ। ਇਹ ਹੈ ਗੁਰੂ ਕੋਲ ਆਉਣਾ। ਆਪਾਂ ਤੇ ਇੱਥੇ ਸਰੀਰ ਵਿਖਾਣ ਆ ਜਾਂਦੇ ਆ, ਗੁਰੂ ਕੋਲ ਥੋੜੀ ਆਉਂਦੇ ਆ ਵੀ ਜਿਹੜੇ ਨਵੇਂ ਨਵੇਂ ਫੈਸ਼ਨ ਨਿਕਲੇ ਨੇ ਉਹ ਗੁਰਦੁਆਰੇ ਜਾ ਕੇ ਦਿਖਾਈਏ ਲੋਕਾਂ ਨੂੰ। ਗੁਰਦੁਆਰੇ, ਮੰਦਿਰ ਵਿੱਚ, ਮਸਜਿਦ ਦੇ ਵਿੱਚ ਫੈਸ਼ਨ ਪ੍ਰਸਤੀ ਕਰਨੀ ਠੀਕ ਨਹੀਂ। ਲੋਕਾਂ ਦੇ ਮਨ ਜੋੜਨ ਦੀ ਬਜਾਏ ਤੋੜਨਾ ਚੰਗੀ ਗੱਲ ਨਹੀਂ, ਕਿਉਂਕਿ ਇਹ ਗੁਰੂ ਅਮਰਦਾਸ ਜੀ ਦਾ ਦਰਬਾਰ ਹੈ। ਜਿਵੇਂ ਦੀ ਭਾਵਨਾ ਲੈ ਕੇ ਆਵਾਂਗੇ ਨਾ, ਉਵੇਂ ਦਾ ਇੱਥੋਂ ਫਲ ਮਿਲੇਗਾ। ਇੱਥੇ ਸਰੀਰ ਦਾ ਪ੍ਰਦਰਸ਼ਨ ਇਹ ਕੋਈ ਕਲੱਬ ਨਹੀਂ ਹੈ। ਇਸ ਲਈ ਗੁਰੂ ਕੇ ਸਵਾਰਿਓ ਮੈਂ ਬੇਨਤੀ ਕਰ ਰਿਹਾ ਸਾਂ, ਕੁਝ ਕਰਮ ਪੈਦਾ ਹੁੰਦੇ ਨੇ ਪ੍ਰੇਮ ਵਿੱਚੋਂ। ਉਹਨੇ ਜੁੱਤੀ ਲਾ ਦਿੱਤੀ, ਪਤਾ ਹੀ ਨਹੀਂ ਜੁੱਤੀ ਕਿਹੜੀ ਪਾਈ ਏ, ਤੇ ਬਾਅਦ ਵਿੱਚ ਆਪਣੇ ਵਰਗਿਆਂ ਨੇ ਜੁੱਤੀ ਲਾ ਕੇ ਆਉਣਾ ਸ਼ੁਰੂ ਕਰ ਦਿੱਤਾ। ਰਾਹ ਵਿੱਚ ਨਿੰਦਿਆ ਕੀਤੀ, ਚੁਗਲੀਆਂ ਕੀਤੀਆਂ। ਕੋਈ ਗੁਰਮਤ ਵਾਲੀ ਗੱਲ ਨਹੀਂ, ਕੋਈ ਗੁਰੂ ਦੀ ਗੱਲ ਨਹੀਂ, ਤੇ ਨੰਗੇ ਪੈਰ ਉਸ ਥਾਂ ਤੇ ਕੀ ਕਰ ਲੈਣਗੇ, ਕੀ ਸਵਾਰਨਗੇ ਸਾਡਾ। ਇਹ ਜਿਹੜੇ ਧਰਮ ਨੇ ਇਹਨੂੰ ਕਰਮਕਾਂਡ ਕਹਿੰਦੇ, ਇਸੇ ਨੂੰ ਪਖੰਡ ਕਹਿੰਦੇ। ਜਦੋਂ ਅੰਤਿਸ਼ ਕਰਨ ਦੇ ਵਿੱਚੋਂ ਕੋਈ ਚੀਜ਼ ਸਹਿਜ ਪ੍ਰੇਮ ਵਿੱਚੋਂ ਪੈਦਾ ਹੋ ਜਾਂਦੀ ਹੈ ਨਾ, ਕਦੀ ਸਿੱਖ ਕਿਸੇ ਦੁਕਾਨ ਤੇ ਜਾਂਦਾ ਹੈ ਵਸਤਰ ਲੈਣ ਵਾਸਤੇ, ਆਪਣੇ ਵਾਸਤੇ ਖਰੀਦਣ ਵਾਸਤੇ ਜਾਂਦਾ ਹੈ, ਤੇ ਬੜੇ ਸੋਹਣੇ ਵਸਤਰ ਵੇਖ ਕੇ ਮਨ ਵਿੱਚ ਪਿਆਰ ਆ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਆਹ ਵਸਤਰ ਬੜਾ ਸੋਹਣਾ ਲੱਗਦਾ, ਮੈਂ ਤੁਹਾਡੇ ਵਾਸਤੇ ਖਰੀਦ ਕੇ ਲੈ ਕੇ ਜਾਣਾ ਹੈ, ਇਹ ਬੜਾ ਸੋਹਣਾ ਲੱਗ ਰਿਹਾ। ਹੁਣ ਉਹ ਬਣੇਗਾ ਪ੍ਰੇਮ ਦਾ ਕਰਮ, ਉਹਨੂੰ ਕਰਮਕਾਂਡ ਨਹੀਂ ਕਵਾਂਗੇ। ਉਹ ਖਰੀਦੇਗਾ ਕਿਉਂਕਿ ਪ੍ਰੇਮ ਦੇ ਨਾਲ ਖਰੀਦੇਗਾ। ਸਾਡੇ ਵਾਂਗੂ ਉਹ ਫਾਰਮੈਲਿਟੀ ਪੂਰੀ ਨਹੀਂ ਕਰੇਗਾ ਵੀ ਉਹ ਰੁਮਾਲਾ ਜਿਹੜਾ ਉੱਤੇ ਦਈਏ ਇੱਕ ਪਾਸਿਓਂ ਡਿੱਗ ਪੈ ਥੱਲੇ, ਕਿਉਂਕਿ ਐਵੇਂ ਦੇ ਰੁਮਾਲੇ 100-150 ਵਾਲਾ। ਆਪਣਾ ਜਿਹੜਾ ਸੂਟ ਅਸੀਂ ਲੈਣਾ ਉਹ 20,000 ਦਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ 200 ਵਾਲਾ ਰੁਮਾਲਾ ਜਿਹੜਾ ਉੱਤੇ ਦਈਏ ਝਟ ਹਵਾ ਨਾਲ ਥੱਲੇ ਡਿੱਗਾ ਹੋਵੇ। ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਸਤਰ ਅਸੀਂ ਇਸ ਤਰ੍ਹਾਂ ਦੇ ਨਹੀਂ ਲੈ ਸਕਦੇ? ਸਧਾਰਨ ਤੇ ਸੋਹਣੇ ਤੇ ਸਿੰਪਲ ਹੋਣ ਜਿਹੜੇ। ਇੱਕ ਮੈਂ ਇੱਥੇ ਹੋਰ ਬੇਨਤੀ ਕਰਦਿਆਂ,
जे असी गुरु की सेवा करनी है तो एक दूजे दे पिछ लग लग बन के ना करिए, प्यार विच आके करिए। हुण आपां रुमालियां दियां लैना ला देने आ, ना वो परत के किते वरते जाते हैं तो ना उन्होंने वरत्या जा सकता है। किहड़े थां ते उन्होंने लावांगे? ना उन्हां दी असीं बेअदबी कर सकने भी किसी नूं वंड ही दईए। उपर तुकां लिखियां ने, अज बनाउण वालियां सज्जनां ने होर हद कर दी, रुमालियां ते बाणी लिख दी। परत के वो रुमाले कदी किसी नूं दे दिते, वो गलियां में रुलदे ने। इसलिए सिੱਖੀ सिक्ख्या गुर विचार प्रेम दे नाल नाल थोड़ा जिहा विचारीए भी आपां कर्म किहड़ा कर रहे हैं, किहड़ा कर्म कर रहे हैं, तो वो की प्रवान भी हो जाएगा। कुछ कर्म असी इस तरह कर लेने आ जिहड़ा असी सुख की बजाय दुख सहेड़ लेने आ। बड़ी बड़ी छोटियां गल्लां ने। कई बारी असी चरण पौल लैनी हुंदी है, जिथे पैर धोंदी संगत, उत्थे आए दौड़े दौड़े, जिहड़ी संगत आ रही सी उहदा कोई ख्याल नहीं, झटपट उहदे विचों पानी दी बुक भरी अपने उत्ते वगाणी सी, वो पाउणा अपने ते सी वो जल, ते नाल जिहड़े दो चार खड़े सन उन्हां दे भी कपड़े पिआउं दित्ते। हुण की पता उन्हां ने वो पाउण देना सी कि नहीं। इस तरह जिहड़े कर्म ने ना, ये केवल सिੱਖੇ होए ने बाहरों, ये रटन मात्र ने, ये माड़े नहीं करने। पर जे किते प्रेम दे विचों नवीन कर्म पैदा हो जाए तो जीवन तब्दील हो जाता है। कर्म ने। मैं बेनती कर रहा सां बुद्ध दी, वो अपने चेले आनंद नूं कहंदा है, कहन लगे चुप कर जाओ, मैं रोक दिता है, हिसाब बराबर हो गया, अगों नहीं कहना। आ जिंदगी विच वेखो हर एक घर विच अज कलेश, कोई नहीं बचिया, भावें कोई धार्मिक है ते भावें दूजा। इहदे विच जिहड़ा कारण है ना, वो कारण ये वे आपां बदला लऊ नीति वरत रहे हैं भी असीं इहनूं दबाउणा है, इहनूं थल्ले रखना है। ये कारण है जिदन बाबा जी दी आपां ये बाणी जीवन दे विच वसा लेना भी दोष कर्मां आपणियां, आ दो तुकां ने जे घर दे अंदर हिरदियां दे विच टिक गईयां ते घर स्वर्ग बन जाएगा। आ दो ही तुकां ने सिर्फ, दद्दा दोष ना देऊ किसै, दोष कर्मा अपने प्रवान कर लिया, जो मैं किया सो मैं पाया, दोष ना दीजै अवर जना। एक बारी मिनट वास्ते वसा के वेखना, अंदरों ठंडे साह होने शुरू हो जाएंगे। ज्यादा लंबी गल नहीं है, वैर विरोध टुटने शुरू हो जाएंगे। दूसरी तुक है बाबा फरीद जी दी, फरीदा बुरे दा भला कर, गुस्सा मन ना हंडाए, देही रोग ना लगई, पल्ले सब कुछ पाए। होना तो वो ही है जिहड़ा उन्हें करना है। आ दो तुकां गुरु ग्रंथ साहिब जी दियां वसाला मन विच, घर स्वर्ग बन जाएगा। सब कुछ प्रवान कर लै, अपने जीवन विच हंडाउण नूं तैयार हो जा। इसलिए मैं बेनती कर रहा सां गुरु के सवारियों, जीवन दे अंदर जदों कोई ब्रह्म ज्ञान की अवस्था में चला जाता है, उस समय सारा संसार तब्दील हो जाता है, दृष्टि बदल जाती है, पूजा बदल जाती है, पाठ बदल जाता है, सेवा विचार सब कुछ। अज दे शब्दों में कबीर साहब हंकार नूं तोड़ना चाहते ने, कहन लगे एवें ना जफा मार के तुर जीवन विच, तेरा कुछ नहीं, ना तेरा कोई पुत्र है, ना कोई भरा है, ना कोई ये तेरा संबंध है संसार नाल। ये तो केवल एक नाटक खेडिया जा रहा है, ते नाटक खेड दईदा, नाटक दे विच चित्त नहीं लाईदा। खेड लईदा नाटक, मैच खेड लईदा है। जे मैच नूं तू सच समझिया, मैच कदी सच नहीं हुंदा। जे तू इहनूं सच समझिया, वडियाई भी होएगी ते निंदिया भी होएगी। इसलिए ये सच्चाई नहीं, ये एक परमात्मा वालों चलाया जा रहा विधान है, संविधान है, जिन्हों कबीर साहब कहंदे ने बाणी विच, कहन लगे नैन रहे रंग लाई, अब बेगल कहन न जाई, हमरा भरम गया भव भागा, जब राम नाम चित लागा, बाजीगर डंक बजाई, सब खलक तमाशे आई। जिवें एक बाजीगर खेड खेडदा, सच्ची नहीं है, वो चीज़ां इकट्ठियां करके दिखा देंदा है, पर सच्चाई नहीं। बाजीगर डंक बजाई, सब खलक तमाशे आई, बाजीगर स्वांग सकेला, अपने रंग रवै अकेला, जिन उपाई रंग रवाई, बैठा वेखै वख अकेला। वो चला रहा है बाहरों,
ਅਸੀਂ ਕਿਸੇ ਦੁਆਰਾ ਚਲਾਏ ਜਾ ਰਹੇ ਹਾਂ, ਯੰਤਰ ਹਾਂ। ਇਹ ਜਿੱਦਣ ਅਵਸਥਾ ਆ ਗਈ, ਉਸ ਦਿਨ ਗੁਰੂ ਕੇ ਸਵਾਰਿਓ ਸਭ ਕੁਝ ਤਬਦੀਲ ਹੋ ਜਾਏਗਾ। ਇਸੇ ਲਈ ਹੰਕਾਰ ਦੇ ਆਉਣ ਦੀਆਂ ਸੰਭਾਵਨਾਵਾਂ ਹੀ ਬੜੀਆਂ ਨੇ। ਅਸੀਂ ਤਾਂ ਇਕੱਠੀਆਂ ਕਰ ਲੈਨੇ ਆ, ਜੇ ਪਾਪ ਕੀਤਾ ਤਾਂ ਵੀ ਹੰਕਾਰੀ, ਜੇ ਪੁੰਨ ਕੀਤਾ ਤਾਂ ਵੀ ਹੰਕਾਰੀ। ਕੱਲ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਸਾਹਮਣੇ ਮੈਂ ਜਿਹੜੀ ਤੁਕ ਪੜ੍ਹ ਰਿਹਾ ਸਨ, ਆਪ ਹੀ ਜ਼ਿਮੀਦਾਰ, ਆਪ ਹੀ ਉਹ ਰਾਹਕ, ਆਪ ਹੀ ਉਹ ਧਰਤੀ ਹੈ। ਤੇ ਉਹ ਪੜ੍ਹ ਕੇ ਮਨ ਵਿੱਚ ਵਿਚਾਰ ਆਇਆ ਵੀ ਗੁਰੂ ਰਾਮਦਾਸ, ਜੇ ਇਹ ਤੁਕਾਂ ਅਸੀਂ ਜੀਵਨ ਵਿੱਚ ਲੈ ਆਂਦੀਆਂ ਤੇ ਨਾ ਲੰਗਰ ਵਿੱਚ ਸੇਵਾ ਕਰਨ ਦਾ ਹੰਕਾਰ ਆਏਗਾ, ਤੇ ਨਾ ਇੱਥੇ ਜਿਹੜੀ ਰਸ ਦਿੱਤੀ ਉਹ ਅਸੀਂ ਲੋਕਾਂ ਨੂੰ ਦੱਸਾਂਗੇ। ਕਿਉਂ? ਜਿਹੜੇ ਗੁਰੂ ਰਾਮਦਾਸ ਇੰਨਾ ਵੱਡਾ ਕਾਰਜ ਚਲਾ ਰਹੇ ਨੇ ਨਾ, ਉਹ ਸਾਨੂੰ ਕਹਿ ਰਹੇ ਨੇ ਐਵੇਂ ਭੁਲੇਖੇ ਵਿੱਚ ਨਾ ਪੈ ਜੀ, ਮੈਂ ਇੰਨੇ ਲੱਖ ਦਿੱਤਾ ਇੱਥੇ, ਮੈਂ ਸਭ ਤੋਂ ਵੱਡਾ ਸੇਵਾਦਾਰ ਹਾਂ। ਕਿਉਂਕਿ ਸੰਭਾਵਨਾ ਹੈ, ਮੈਂ ਇੰਨੇ ਐਤਵਾਰ ਸੇਵਾ ਕੀਤੀ, ਇੰਨੇ ਸੋਮਵਾਰ ਨਹਾ ਕੇ ਗਿਆ, ਇਹ ਨਾ ਕਰੀ ਕੰਮ, ਆਪ ਹੀ ਕਰ ਰਿਹਾ ਸਾਰਾ ਕੁਝ। ਉਹ ਸਭ ਕੁਝ ਆਪ ਕਰ ਰਿਹਾ ਹੈ, ਬਸ ਇਹ ਤੋੜਨਾ ਹੀ ਗੁਰੂ ਦਾ ਕੰਮ ਹੈ। ਇੰਨਾ ਵੱਡਾ ਕੰਮ ਕਰਕੇ ਕਹਿ ਦੇਣਾ ਇਹ ਤੇ ਲੰਗਰ ਨੇ, ਬਾਹਰੋਂ ਮਿਲ ਜਾਂਦੇ ਨੇ। ਬਾਬਾ ਗੁਰੂ ਅਰਜਨ ਦੇਵ ਜੀ ਨੇ ਅੰਦਰ ਦਾ ਲੰਗਰ ਲਾਇਆ ਖੁੱਲਾ, ਤੇ ਗੁਰਦੁਆਰਾ ਰਾਮਸਰ ਵਾਲੀ ਥਾਂ ਤੇ ਬਹਿ ਕੇ ਜਦੋਂ ਲੰਗਰ ਦੇ ਭੰਡਾਰੇ ਇਕੱਠੇ ਕਰ ਲਏ, ਭਾਈ ਗੁਰਦਾਸ ਜੀ ਨੇ ਸੰਪਾਦਿਤ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ। ਤੇ ਉਹਨਾਂ ਨੇ ਉਦੋਂ ਵੀ ਕਹਿ ਦਿੱਤਾ ਸੀ, ਕਿਉਂਕਿ ਹੰਕਾਰ ਕਈਆਂ ਪਾਸੇ ਆਉਂਦਾ ਹੈ। ਦਾਨ ਦਾ ਹੰਕਾਰ ਆ ਸਕਦਾ ਸੀ ਸਿੱਖ ਨੂੰ, ਰਸਦ ਦੇਣ ਦਾ ਹੰਕਾਰ ਆ ਸਕਦਾ ਸੀ, ਉੱਥੇ ਅੱਗੇ ਲਾ ਦਿੱਤਾ, ਵੇਖੀ ਧਿਆਨ ਰੱਖੀ ਸਾਰਾ ਕੁਝ ਆਪ ਹੀ ਕਰ ਰਹੀ। ਜ਼ਿਮੀਦਾਰ ਵੀ ਉਹ ਆਪ ਹੈ, ਜ਼ਮੀਨ ਵੀ ਆਪ ਹੈ, ਬੀਜ ਵੀ ਆਪ ਹੈ, ਆਟਾ ਵੀ ਆਪ ਹੈ, ਪ੍ਰਸ਼ਾਦੇ ਵੀ ਆਪ ਨੇ, ਤੂੰ ਕੁਝ ਨਹੀਂ ਹੂੰ। ਤੇ ਜਿੱਦਣ ਕਿਤੇ ਗਿਆਨ ਦੀ ਗੱਲ ਸ਼ੁਰੂ ਹੋਈ, ਗਿਆਨ ਦੇ ਲੰਗਰ ਦੀ, ਗੁਰੂ ਅਰਜਨ ਦੇਵ ਜੀ ਨੇ ਬਾਅਦ ਵਿੱਚ ਇਹ ਗੱਲ ਕਹਿ ਦਿੱਤੀ, ਸਿੱਖਾਂ, ਜੇ ਕਿਤੇ ਬਾਬੇ ਨਾਨਕ ਦੇ ਚਰਨਾਂ ਦੀ ਇੱਕ ਕਣੀ ਤੇਰੇ ਮੱਥੇ ਨੂੰ ਲੱਗ ਗਈ ਹੈ ਨਾ, ਗਿਆਨ ਆ ਗਿਆ, ਤੇ ਇੱਥੇ ਵੀ ਤੂੰ ਹੰਕਾਰੀ ਹੋ ਸਕਣਾ। ਆਹ ਸ਼ਬਦ ਜ਼ਰੂਰ ਪੜਿਆ ਕਰ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਆਪੇ ਤਰਸ ਪਇਓਈ, ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਹੰਕਾਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਕਿੱਥੋਂ ਆਏਗਾ ਹੰਕਾਰ? ਨਾ ਦਾਨ ਵਿੱਚ ਹੰਕਾਰ ਆਇਆ, ਨਾ ਗਿਆਨ ਵਿੱਚ ਆਇਆ, ਨਾ ਪਾਠ ਵਿੱਚ ਆਇਆ। ਜੇ ਤੂੰ ਕਵੀ ਬਣਿਆ ਤੇ ਆਹ ਤੁਕ ਜ਼ਰੂਰ ਪੜਿਆ ਕਰ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਇਸ ਤੁਕ ਵੱਲ ਧਿਆਨ ਦਿਆ ਕਰ ਕਿ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਹ ਸਾਰਾ ਕੁਝ ਤੂੰ ਹੀ ਕਰਾਇਆ। ਗੁਰੂ ਨੂੰ ਬੜਾ ਫਿਕਰ ਹੈ ਕਿਤੇ ਸਿੱਖ ਹੰਕਾਰੀ ਨਾ ਹੋ ਜਾਏ, ਕਿਤੇ ਗੰਦ ਨਾ ਇਕੱਠਾ ਕਰ ਲੈ। ਇੰਨਾ ਪਵਿੱਤਰ ਹੈ, ਇਹਦਾ ਅੰਦਰ ਇੰਨਾ ਸ਼ੁੱਧ ਹੋ ਜਾ ਵੀ ਫਿਰ ਨਾ ਕੂੜਾ ਇਕੱਠਾ ਕਰਕੇ ਪਿੱਛੇ ਪਾ ਕੇ ਲੈ ਆਵੇ। ਇਸ ਲਈ ਸਾਰਿਆਂ ਪਾਸਿਓਂ ਹੰਕਾਰ ਨੂੰ ਤੋੜਿਆ। ਅੱਜ ਦੇ ਸ਼ਬਦ ਵਿੱਚ ਵੀ ਹੰਕਾਰ ਤੇ ਚੋਟ ਏ, ਕੋਈ ਨਹੀਂ ਤੇਰਾ, ਐਵੇਂ ਕਿਉਂ ਹੰਕਾਰ ਕਰਨਾ ਹੈ। ਕਬੀਰ ਸਾਹਿਬ ਅੱਜ ਦੇ ਸ਼ਬਦ ਵਿੱਚ ਕੀ ਕਿਰਪਾ ਕਰ ਰਹੇ ਹਨ। ਵਾਹਿਗੁਰੂ ਜੀ, ਕੌਣ ਕੋ ਪੂਤ ਪਿਤਾ ਕੋ ਕਾਕੋ, ਕੌਣ ਮਰੈ ਕੋ ਦੇ ਸੰਤਾਪੋ। ਕੌਣ ਕੋ ਪੂਤ ਪਿਤਾ ਕੋ ਕਾਕੋ, ਇੱਕ ਇੱਕ ਤੁਕ ਨੂੰ ਪੜੀਏ। ਕੌਣ ਕੋ ਪੂਤ, ਕੌਣ ਕਿਸ ਦਾ ਪੁੱਤਰ ਹੈ? ਇਹ ਤੇ ਕੇਵਲ ਇੱਕ ਨਾਟਕ ਹੈ। ਕੌਣ ਕੋ ਪੂਤ, ਬੂਢਾ ਬੰਸ਼ ਕਬੀਰ ਕਾ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਸਾਡਾ ਖਾਨਦਾਨ ਇਹ ਹੈ। ਅਜੇ ਵੀ ਆਪਾਂ ਖਾਨਦਾਨਾਂ ਦੀਆਂ ਗੱਲਾਂ ਕੋਈ ਨਹੀਂ ਛੱਡੀਆਂ, ਭਾਵੇਂ ਜਿੰਨਾ ਮਰਜ਼ੀ ਸਾਡੇ ਕੋਲ ਜੋ ਮਰਜ਼ੀ। ਕੌਣ ਹੈ? ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ? ਕਿਹੜਾ ਖਾਨਦਾਨ ਹੈ ਸਾਡਾ? ਅਸੀਂ ਕੌਣ ਆ? ਜੋੜ ਲੀਆਂ ਨਾਲ ਲੰਮੀਆਂ ਚੌੜੀਆਂ ਕਹਾਣੀਆਂ। ਜਿਹੜਾ ਗੰਦ ਸੀ ਉਹ ਨਹੀਂ ਵਿਖਾਇਆ ਲੋਕਾਂ ਨੂੰ, ਬਾਕੀ ਦਾ ਪ੍ਰਦਰਸ਼ਿਤ ਕਰ ਦਿੱਤਾ ਜੀ ਇਹਨਾਂ ਵਿੱਚੋਂ ਆ ਸੀ।
ਬੜੀ ਕਮਾਲ ਦੀ ਗੱਲ ਹੈ ਸਿੱਖ ਕੌਮ ਦੇ ਵਿੱਚ ਵੀ ਅਜੇ ਵੀ ਆਪਾਂ ਇਹ ਇਤਿਹਾਸ ਵਿਰਕਾ ਇਤਿਹਾਸ ਤੇ ਦੂਜਾ ਤੇ ਤੀਜਾ ਲਿਖਣ ਵਾਸਤੇ ਉਮਰ ਗਾਲਨੇ ਆਪਾਂ। ਹੁਣ ਜਿਹੜਾ ਇਤਿਹਾਸ ਜਿਹੜੇ ਖਾਨਦਾਨ ਨੇ ਲਿਖਣਾ ਹੈ ਨਾ, ਉਹਨੇ ਆਪਣੇ ਇਤਿਹਾਸ ਨੂੰ ਚੜ੍ਹਦੀ ਕਲਾ ਵਿੱਚ ਲਿਜਾਣਾ ਵੀ ਇਹ ਬੜੇ ਬ੍ਰਹਮ ਗਿਆਨੀ ਸਨ ਪਿੱਛੋਂ ਸਾਰੇ, ਕੋਈ ਇਹਨਾਂ ਵਿੱਚ ਪਾਪੀ ਨਹੀਂ ਸੀ। ਹੁਣ ਜਿਹੜੇ ਗਲੀਚ ਵਿੱਚੋਂ ਪੈਦਾ ਹੋਏ ਸਨ ਉਹਨਾਂ ਦਾ ਕੋਈ ਨਾਂ ਥੇ ਨਹੀਂ ਵੀ ਇਹਨਾਂ ਨੇ ਕੀ ਕਰਤੂਤਾਂ ਕੀਤੀਆਂ ਸਨ। ਜੇ ਖਾਨਦਾਨ ਚੰਗਾ ਸੀ ਤੇ ਸਾਰੇ ਹੀ ਚੰਗਾ ਕਰਦੇ, ਕੀ ਹੰਕਾਰ ਇਹਦਾ? ਜੇ ਇੱਕ ਪਿਤਾ ਗੁਰੂ ਵਾਲਾ ਕੰਮ ਕਰ ਰਿਹਾ ਤੇ ਕੀ ਦਾਅਵਾ ਕਰ ਸਕਦਾ ਵੀ ਆਉਣ ਵਾਲੀਆਂ ਮੇਰੀਆਂ ਸਾਰੀਆਂ ਪੀੜ੍ਹੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ? ਫਿਰ ਖਾਨਦਾਨ ਦੀ ਕਾਹਦੀ ਗੱਲ ਵੀ ਅਸੀਂ ਇਸ ਕੌਮ ਦਾ, ਅਸੀਂ ਇਸ ਜਾਤ ਦਾ ਇਤਿਹਾਸ ਇਕੱਠਾ ਕਰਨਾ ਹੈ ਜੀ। ਬੜੀ ਵੱਡੀ ਜਾਤ, ਇਹਨੇ ਕੁਰਬਾਨੀਆਂ ਬੜੀਆਂ ਕੀਤੀਆਂ ਨੇ, ਤੇ ਜਿਹੜਾ ਗੰਦ ਪਾਇਆ ਉਹ ਲੁਕੋ ਲੈਣਾ ਹੈ ਤੇ ਵਡਿਆਈ ਸਾਹਮਣੇ ਕਰ ਦੇਣੀ। ਗੁਰੂ ਘਰ ਦਾ ਇਹ ਸਿਧਾਂਤ ਨਹੀਂ ਹੈ। ਸਿੱਖ ਦਾ ਖਾਨਦਾਨ ਕੇਵਲ ਸ਼ਬਦ ਹੈ। ਕਬੀਰ ਸਾਹਿਬ ਦਾ, ਭਗਤਾਂ ਦਾ, ਗੁਰੂਆਂ ਦਾ, ਗੁਰਮੁਖਾਂ ਦਾ ਖਾਨਦਾਨ, ਕਹੋ ਕਬੀਰ ਇਹ ਰਾਮ ਕੀ ਅੰਸ਼, ਉਸ ਰਾਮ ਦੀ ਅੰਸ਼ ਜਿਹੜਾ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਹੈ, ਇਹਨੂੰ ਧਿਆਨ ਵਿੱਚ ਰੱਖਣਾ। ਇਹ ਭਰਮ ਕਈ ਲੋਕਾਂ ਨੂੰ ਹੋ ਗਿਆ, ਰਾਮ ਸ਼ਬਦ ਕਾਹਦੇ ਵਾਸਤੇ ਵਰਤਿਆ ਗਿਆ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਸੇ ਵੀ ਗ੍ਰੰਥ ਦੀ ਨਕਲ ਨਹੀਂ ਹੈ, ਆਪਣਾ ਗਿਆਨ ਹੈ, ਨਿੱਜੀ ਗਿਆਨ ਹੈ। ਇਹ ਠੀਕ ਹੈ ਕੁਝ ਅੱਗ ਲਾਉਣ ਵਾਲੇ ਲੋਕ ਭਾਵੇਂ ਕੁਝ ਕਹੀ ਜਾਣ, ਵੇਦਾਂ ਤੋਂ ਪ੍ਰੇਰਣਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਚਾਰੀ। ਇੱਕ ਵਾਰੀ ਇਹ ਸੱਜਣ, ਇੱਕ ਵਾਰੀ ਮੈਂ ਬੋਲਦਾ ਵੀ ਸੁਣਿਆ ਸੀ, ਵੇਦਾਂ ਦਾ ਨਿਚੋੜ ਹੈ ਜੀ ਬਾਣੀ। ਮੈਂ ਪੁੱਛ ਲਿਆ ਤੁਸੀਂ ਵੇਦ ਪੜ੍ਹੇ ਨੇ? ਕਹਿਣ ਲੱਗੇ ਜੀ ਨਹੀਂ ਪੜ੍ਹੇ ਨਹੀਂ। ਮੈਂ ਸੁਣਿਆ ਸੀ ਕਿਸੇ ਤੋਂ ਵੇਦਾਂ ਦਾ ਨਿਚੋੜ, ਪੜ੍ਹਿਆ ਹੈ ਨਹੀਂ। ਇੰਨਾ ਵੀ ਪਤਾ ਨਹੀਂ ਵੀ ਵੇਦ 4 ਨੇ। ਉਹ ਤੈਨੂੰ ਪਤਾ ਹੀ ਨਹੀਂ ਜਿਹੜੇ ਕੰਮ ਬਾਰੇ, ਤੂੰ ਉਹਦੇ ਬਾਰੇ ਬਿਆਨ ਕੀ ਕਰ ਰਿਹਾ, ਬੋਲ ਕੀ ਰਿਹਾ ਉਹਦੇ ਬਾਰੇ? ਖਿਲਵਾੜ ਕਰ ਲਿਆ ਲੋਕਾਂ ਦੇ ਮਨ ਦੀ ਭਾਵਨਾ ਦੇ ਨਾਲ। ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਕਿਤਿਓਂ ਉਧਾਰਾ ਨਹੀਂ ਲਿਆ ਗਿਆ। ਕਿਉਂਕਿ ਇੱਕ ਮੈਂ ਹੋਰ ਬੇਨਤੀ ਕਰਦਿਆਂ, ਗੁਰੂਆਂ ਦੇ ਗੁਰੂ ਹਨ ਗੁਰੂ ਗ੍ਰੰਥ ਸਾਹਿਬ। ਸਾਰੇ ਧਾਰਮਿਕ ਗ੍ਰੰਥਾਂ ਦੇ ਸੁਆਮੀ ਨੇ ਤੇ ਸਭ ਤੋਂ ਪਹਿਲਾਂ ਨੇ। ਇੱਕ ਤੁਕ ਮੈਂ ਸਾਂਝੀ ਕਰਾਂ, ਗੁਰੂ ਗ੍ਰੰਥ ਸਾਹਿਬ ਦੋ ਚੀਜ਼ਾਂ ਇਕੱਠੀਆਂ ਕਰ ਲੈਣੀਆਂ। ਇੱਕ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਦਰਸ਼ਨ ਕਰਦੇ ਨੇ ਤੇ ਆਪ ਨੇ ਪਹਿਲਾਂ ਖੋਲ ਕੇ ਵੇਖਣਾ, ਪਹਿਲਾ ਪੇਜ ਉਹਦੇ ਉੱਤੇ ਲਿਖਿਆ ਹੁੰਦਾ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ। ਆਦਿ ਦਾ ਮਤਲਬ ਕੀ ਹੈ? ਆਦਿ ਦਾ ਮਤਲਬ ਸਭ ਤੋਂ ਪਹਿਲਾਂ ਸੀ। ਇਹ ਆਦਿ ਸ਼ਬਦ ਛੋਟੀ ਜੀ ਗੱਲ ਨਹੀਂ, ਬਹੁਤ ਵੱਡੀ ਵਿਆਖਿਆ ਲੈ ਕੇ ਬੈਠਾ ਹੈ, ਭਾਵੇਂ ਬਾਣੀ ਤੋਂ ਬਾਹਰ ਲਿਖਿਆ ਗਿਆ ਨਾਮ। ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕਦੋਂ ਕੁ ਦੇ ਨੇ? ਭਾਵੇਂ ਕਿ ਗੁਰਤਾ ਗੱਦੀ 1604 ਵਿੱਚ, 1708 ਵਿੱਚ ਦਿੱਤੀ ਗਈ, ਪ੍ਰਕਾਸ਼ 1604 ਵਿੱਚ ਹੋਇਆ। ਕਦੋਂ ਦੇ ਗੁਰੂ ਨੇ ਸ਼ਬਦ ਗੁਰੂ ਜੀ? ਕਲਗੀਧਰ ਪਾਤਸ਼ਾਹ ਨਵੇੜਾ ਕਰ ਦਿੰਦੇ ਨੇ, ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਸਾਰਿਆਂ ਤੋਂ ਪਹਿਲਾਂ ਸ਼ਬਦ ਗੁਰੂ ਸੀ, ਤੇ ਜਦੋਂ ਸਾਰਾ ਕੁਝ ਖੱਪ ਜਾਏਗਾ ਉਦੋਂ ਬਾਅਦ ਵਿੱਚ ਵੀ ਸ਼ਬਦ ਗੁਰੂ ਹੋਵੇਗਾ। ਆਦ ਅੰਤ ਏਕ ਹੈ ਅਵਤਾਰਾ। ਇਹ ਤੇ ਸਾਡੀ ਸੰਕੀਰਨਤਾ ਹੈ। ਹੁਣ ਸਾਡੇ ਤੋਂ ਪਹਿਲਾਂ 500 1000 ਸਾਲ ਪਹਿਲਾਂ ਕਿਸੇ ਧੁੱਪ ਚੜੀ ਤੇ ਧੁੱਪ ਨੂੰ ਕਹਿ ਦਿੱਤਾ ਧੁੱਪ ਬੜੀ ਗਰਮ ਹੈ, 1000 ਸਾਲ ਪਹਿਲਾਂ ਕਿਹਾ ਸੀ। ਤੇ ਅੱਜ ਜਿਹੜਾ ਬੰਦਾ ਜੇ ਅੱਖਾਂ ਖੋਲ ਕੇ ਧੁੱਪ ਨੂੰ ਲੈਂਦਾ ਲੱਗੇ ਉਹਨੂੰ ਵੀ ਗਰਮ ਹੀ ਲੱਗੇਗੀ। ਉਹ ਕੀ ਭਾਸ਼ਾ ਵਰਤੇਗਾ ਉਹਦੇ ਵਾਸਤੇ? ਉਹੀ ਸ਼ਬਦ ਹੋਣਗੇ ਨਾ ਵੀ ਧੁੱਪ ਬੜੀ ਗਰਮ ਹੈ। ਹੁਣ ਪਹਿਲਾਂ ਜੇ ਇਹ ਕਹਦੇ ਵੀ ਇਹਨੇ ਪਿਛਲੇ 1000 ਸਾਲ ਵਾਲੇ ਦੀ ਨਕਲ ਕੀਤੀ ਤਾਂ ਧੁੱਪ ਨੂੰ ਗਰਮ ਕਹਿ ਰਿਹਾ, ਇਹ ਮੂਰਖਤਾ ਹੀ ਹੋਏਗੀ ਨਾ ਉਹਦੀ। ਕਿਉਂਕਿ ਪਿਛਲੇ ਨੂੰ ਵੀ ਅੱਖਾਂ ਮਿਲੀਆਂ ਸਨ, ਉਹਨੇ ਧੁੱਪ ਦੀ ਵਿਆਖਿਆ ਕਰ ਦਿੱਤੀ। ਹੁਣ ਵਾਲੇ ਨੂੰ 1000 ਸਾਲ ਬਾਅਦ ਅੱਖ ਮਿਲੀ ਤੇ ਉਹਨਾਂ ਬਾਅਦ ਵਿੱਚ ਵਿਆਖਿਆ ਕਰ ਦਿੱਤੀ। ਇਹਦੇ ਨਾਲ ਬਾਅਦ ਵਾਲੇ ਨੇ ਉਹਦੀ ਰੀਸ ਥੋੜਾ ਕੀਤੀ, ਉਹਦਾ ਆਪਣਾ ਗਿਆਨ ਹੈ ਧੁੱਪ ਬਾਰੇ। ਜੇ ਕਿਸੇ ਨੇ 5000 ਸਾਲ ਪਹਿਲਾਂ ਪਰਮਾਤਮਾ ਦੀ ਤੇ ਪਰਮਾਰਥ ਦੀ ਵਿਆਖਿਆ ਕੀਤੀ ਹੈ, ਤੇ ਜੇ 5000 ਸਾਲ ਬਾਅਦ ਕੋਈ ਵਿਆਖਿਆ ਕਰਦਾ ਹੈ ਤੇ ਉਹਦੀ ਰੀਸ ਨਹੀਂ ਕਰ ਰਿਹਾ, ਉਹਦਾ ਆਪਣਾ ਤਜਰਬਾ ਹੈ, ਉਹ ਆਪਣੇ ਵਿੱਚੋਂ ਇਸ ਗਿਆਨ ਨੂੰ ਪੈਦਾ ਕਰ ਰਿਹਾ। ਇਸ ਲਈ ਇਹ ਸਾਨੂੰ ਹੋਸ਼ ਹੋਣੀ ਚਾਹੀਦੀ ਹੈ
ਵੀ ਆਪਾਂ ਕਿਸੇ ਦੇ ਧਾਰਮਿਕ ਗ੍ਰੰਥ ਬਾਰੇ ਜੇ ਬੋਲਣਾ ਹੈ, ਪਹਿਲਾਂ ਤੇ ਉਹਦੀ ਸਟੱਡੀ ਹੋਣੀ ਚਾਹੀਦੀ। ਕਦੀ ਜਪਜੀ ਸਾਹਿਬ ਤੱਕ ਪੜਿਆ ਨਹੀਂ ਤੇ ਕਹਿ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਨਿਚੋੜ ਨੇ ਵੇਦਾਂ ਦੇ, ਕੀ ਇਹ ਸਮਝਦਾਰੀ ਹੈ? ਇਸ ਲਈ ਮੈਂ ਬੇਨਤੀ ਕਰ ਰਿਹਾ ਸਾਂ, ਅੱਜ ਦੇ ਸ਼ਬਦ ਵਿੱਚ ਕੌਣ ਕਿਹਦਾ ਪਿਤਾ ਹੈ, ਇਸ ਤੁਕ ਦੇ ਵਿੱਚ ਕੌਣ ਪੁੱਤਰ ਹੈ, ਸਾਰਾ ਭਰਮ ਹੈ। ਕੌਣ ਕੋ ਪੂਤ ਪਿਤਾ ਕੋ, ਕੌਣ ਕਿਸ ਦਾ ਪਿਤਾ ਹੈ ਤੇ ਕੌਣ ਪੁੱਤਰ ਹੈ। ਪਹਿਲੀ ਪੰਕਤੀ ਦੇ ਵਿੱਚ ਕਬੀਰ ਜੀ ਕੀ ਕਹਿ ਰਹੇ ਹਨ? ਹਰ ਠੱਗ ਜਗ ਕੋ ਠਗੋਰੀ ਲਾਈ, ਹਰ ਕੇ ਬਿਓ ਕੈਸੇ ਜਿਉ ਮੇਰੀ ਮਾਈ। ਪਹਿਲੀ ਤੁਕ ਨੂੰ ਫਿਰ ਪੜਨਾ ਕਰੋ ਜੀ। ਕੌਣ ਕੋ ਪੂਤ ਪਿਤਾ ਕੋ ਕਾਕੋ, ਕੌਣ ਮਰੈ ਕੋ ਦੇ ਸੰਤਾਪੋ। ਜਿਵੇਂ ਇੱਕ ਪਿਓ ਪੁੱਤ ਹਨ, ਜਦੋਂ ਉਹਨਾਂ ਦਾ ਵਿਜੋਗ ਪੈਂਦਾ ਤੇ ਸੰਤਾਪ ਹੈ, ਕਬੀਰ ਜੀ ਕਹਿੰਦੇ ਨੇ ਇਹਨਾਂ ਵਿੱਚੋਂ ਕੌਣ ਤੇਰਾ ਸੀ। ਆਪੋ ਆਪਣੇ ਰਸਤੇ ਨੇ, ਆਪੋ ਆਪਣਾ ਜੀਵਨ ਹੈ, ਇਹ ਕੇਵਲ ਖੇਡ ਹੈ, ਇਹਨੂੰ ਕੇਵਲ ਤੂੰ ਨਿਭਾਉਣਾ ਹੈ, ਫਰਜ਼ ਅਦਾ ਕਰਨਾ ਹੈ। ਸਭ ਜਿਹੜੇ ਜਿੰਨੇ ਵੀ ਆਏ ਨੇ ਉਹ ਆਪੋ ਆਪਣੀ ਪ੍ਰਾਲਬੱਧ ਦੇ ਅਨੁਸਾਰ ਆਏ ਹਨ। ਹਰ ਠੱਗ ਜਗ ਕੋ ਠਗੋਰੀ ਲਾਈ, ਹਰ ਕੇ ਵਿਯੋਗ ਕੈਸੇ ਜਿਉ ਮੇਰੀ ਮਾਈ। ਰਹਾਉ ਹਰ ਠੱਗ, ਠੱਗ ਦਾ ਮਤਲਬ ਹੁੰਦਾ ਹੈ ਠੱਗ ਲੈਣ ਵਾਲਾ। ਪਰਮਾਤਮਾ ਠੱਗ ਹੈ। ਜਗ ਕੋ ਠਗੌਰੀ ਲਾਈ, ਠਗੌਰੀ ਦਾ ਮਤਲਬ ਹੁੰਦਾ ਹੈ ਉਹ ਦਵਾਈ, ਉਹ ਬੂਟੀ ਜਿਹੜੀ ਸੁੰਘਾ ਕੇ ਬੰਦੇ ਨੂੰ ਆਪਣੇ ਪਿੱਛੇ ਲਾ ਲਿਆ ਜਾਂਦਾ ਹੈ। ਭਾਵੇਂ ਕਿਹੜਾ ਤਰੀਕਾ ਹੋਵੇ, ਭਾਵੇਂ ਨੱਕ ਵਿੱਚ ਸੁੰਘਾ ਦਿਓ, ਭਾਵੇਂ ਕੰਨਾਂ ਵਿੱਚ ਸੁੰਘਾ ਦਿਓ। ਕਈਆਂ ਕੋਲੇ ਬੂਟੀਆਂ ਹੁੰਦੀਆਂ ਨੇ, ਇੱਕ ਤੇ ਬੂਟੀ ਹੁੰਦੀ ਨਾ ਜਿਹੜੀ ਨੱਕ ਵਿੱਚ ਸੁੰਘਾ ਦਿਓ ਬੰਦਾ ਬੇਹੋਸ਼ ਹੋ ਜਾਏਗਾ। ਇੱਕ ਬੂਟੀ ਹੁੰਦੀ ਜਿਹੜੀ ਕੰਨ ਵਿੱਚ ਫੂਕ ਮਾਰਨੀ, ਵੀ ਇੱਕ ਗੱਲ ਕਹਿ ਕੇ ਕਿਸੇ ਬੰਦੇ ਦੀ ਮੱਤ ਮਾਰ ਦੇਣੀ, ਉਹਨੂੰ ਆਪਣੇ ਪਿੱਛੇ ਲਾ ਲੈਣਾ, ਚੁਗਲੀ ਜਿਸ ਨੂੰ ਕਹਿੰਦੇ ਨੇ, ਉਹ ਵੀ ਇੱਕ ਬੂਟੀ ਹੈ। ਇੱਕ ਗੱਲ ਐਸੇ ਵਲ ਪਾ ਕੇ ਕਰਨੀ ਨਾ ਵੀ ਉਹਨੂੰ ਬਸ ਗੁੱਸਾ ਚੜ ਜਾਣਾ, ਪਰਤ ਕੇ ਪਤਾ ਨਹੀਂ ਉਹਨੇ ਉੱਥੇ ਹੀ ਬੋਲਣ ਲੱਗ ਪੈਣਾ ਇੱਕਦਮ। ਫਿਰ ਬਾਅਦ ਵਿੱਚ ਕਹਿਣਗੇ ਨਹੀਂ ਮੈਂ ਨਹੀਂ ਕਹਿ ਰਿਹਾ, ਤੁਸੀਂ ਸ਼ਾਂਤ ਰਹੋ। ਪਹਿਲਾਂ ਲਾ ਕੇ ਤੀਲੀ, ਫਿਰ ਥੋੜਾ ਜਿਹਾ ਬੁਝਾਉਣ ਲੱਗ ਪਿਆ। ਇਹ ਵੀ ਇੱਕ ਬੂਟੀ ਹੈ ਨਿੰਦਿਆ, ਚੁਗਲੀ ਜਿਹੜੀ ਹੈ, ਅਗਲੇ ਦੀ ਚੁਗਲੀ ਬਦਲ ਕੇ ਗੱਲ ਕਹਿਣੀ। ਐਵੇਂ ਦੇ ਠੱਗ ਇਸ ਦੁਨੀਆ ਵਿੱਚ ਬੜੇ ਨੇ, ਜਿਹੜੇ ਕੰਨ ਵਿੱਚੋਂ ਬੂਟੀ ਸਿਖਾਉਂਦੇ ਨੇ, ਮੂੰਹ ਵਾਲੇ ਤੇ ਅਜੇ ਹੋਰ ਨੇ। ਪਰਮਾਤਮਾ ਨੇ ਮੋਹ ਦੀ ਬੂਟੀ ਸੁੰਘਾ ਕੇ ਬੰਦੇ ਨੂੰ ਮਿਸਮਰੇਜਮ ਕਰ ਲਿਆ, ਆਪਣੇ ਪਿੱਛੇ ਲਾ ਲਿਆ, ਔਰ ਇਸ ਤਰ੍ਹਾਂ ਸੰਸਾਰ ਚੱਲ ਰਿਹਾ। ਕਬੀਰ ਜੀ ਕਹਿੰਦੇ ਨੇ ਪਰ ਮੈਂ ਉਸ ਨੂੰ ਪਹਿਚਾਨ ਲਿਆ, ਉਹਦੇ ਵਿਜੋਗ ਤੋਂ ਬਿਨਾ ਮੇਰੇ ਤੋਂ ਕਿਵੇਂ ਜੀਵਿਆ ਜਾਏ। ਭਾਵ ਉਸ ਪਰਮਾਤਮਾ ਤੋਂ ਬਿਨਾ ਮੇਰਾ ਜੀਵਨ ਹੀ ਨਹੀਂ ਹੈ। ਕੌਣ ਕੋ ਪੁਰਖ ਕੌਣ ਕੀ ਨਾਰੀ, ਇਆ ਤਤ ਲਿਹ ਸਰੀਰ ਵਿਚਾਰੀ। ਕੌਣ ਕੋ ਪੁਰਖ ਕੌਣ ਕੋ ਨਾਰੀ, ਕਿਦੀ ਕੋਈ ਨਾਰੀ ਹੈ ਇਸਤਰੀ ਤੇ ਕੌਣ ਕਿਸੇ ਦਾ ਪਤੀ ਹੈ। ਇਆ ਤਤ ਲੈ ਸਰੀਰ ਵਿਚਾਰੀ, ਇਸ ਤਤ ਦੀ ਵਿਚਾਰ ਤੂੰ ਇਸ ਸਰੀਰ ਦੇ ਵਿੱਚ ਰਹਿੰਦਿਆਂ ਕਰ, ਵੀ ਇਹ ਸਾਰੀ ਖੇਡ ਕੇਵਲ ਉਸ ਪ੍ਰਭੂ ਵੱਲੋਂ ਰਚੀ ਗਈ ਹੈ। ਕਹਿ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਹੁਣ ਬੂਟੀ ਸੁੰਘਾਣ ਵਾਲੇ ਨਾਲ ਗੱਲਬਾਤ ਹੋ ਗਈ, ਰੱਬ ਨਾਲ, ਪਰਮਾਤਮਾ ਦੇ ਨਾਲ। ਠੱਗ ਸਿਉ ਮਨ ਮਾਨਿਆ, ਉਹਦੇ ਨਾਲ ਨਾ ਗੱਲਬਾਤ ਬਣ ਗਈ, ਬਣ ਆ ਗਏ ਉਹਦੇ ਨਾਲ। ਤੇ ਹੁਣ ਫਿਰ ਜਦੋਂ ਉਹਦੇ ਨਾਲ ਪਿਆਰ ਬਣ ਗਿਆ, ਉਹਨੇ ਆਪਣੇ ਆਪ ਬੂਟੀ ਨਹੀਂ ਸੁੰਘਾਉਣੀ, ਕਿਉਂਕਿ ਇਹ ਮੇਰਾ ਬੰਦਾ ਹੈ, ਆਪਣਾ ਹੈ। ਆਪਣੇ ਬੰਦੇ ਨੂੰ ਬੂਟੀ ਘੱਟ ਸੁੰਘਾਉਂਦਾ ਹੈ। ਇਸ ਲਈ ਮੋਹ ਠਗੌਲੀ ਜਿਹੜੀ ਇਹ ਪ੍ਰਮਾਤਮਾ ਨੇ ਪਾਈ। ਕਹਿਣ ਲੱਗੇ ਠਗੌਰੀ ਚਲੀ ਗਈ, ਭਾਵ ਮਾਇਆ ਦਾ ਅਸਰ ਹਟ ਗਿਆ, ਤੇ ਜਿਹੜਾ ਠੱਗ ਸੀ, ਜਿਹੜਾ ਜਿਹਨੇ ਸਭ ਕੁਝ ਪੈਦਾ ਕੀਤਾ ਸੀ, ਉਹ ਮਨ ਵਿੱਚ ਵਸ ਗਿਆ। ਕਬੀਰ ਜੀ ਨੇ ਅੱਜ ਦੇ ਸ਼ਬਦ ਦੇ ਅੰਦਰ ਇੱਕ ਪ੍ਰਮਾਤਮਾ ਵੱਲੋਂ ਉਸ ਅਕਾਲੀ ਦ੍ਰਿਸ਼ਟੀ ਦੇ ਵਿੱਚੋਂ ਇਹ ਸ਼ਬਦ ਉਚਾਰਨ ਕੀਤਾ ਹੈ। ਸਹਿਬ ਕਿਰਪਾ ਕਰਨ, ਦਰੋਂ ਕਰੋ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।